ਕਿਹਾ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਸਕਿੱਲ ਬਹੁਤ ਜ਼ਬਰਦਸਤ ਹੈ। ਇਹ ਇਲੈਕਸ਼ਨ ਮੈਨੇਜਮੈਂਟ ਦਾ ਹਿੱਸਾ ਕਿ ਇੰਨੀ ਦੇਰ ਪਹਿਲਾਂ ਸਿਰਫ ਤੁਸੀਂ ਰੈਲੀਆਂ ਸ਼ੁਰੂ ਕੀਤੀਆਂ, ਕੋਈ ਪੋਲੀਟੀਕਲ ਪਾਰਟੀ ਨਹੀਂ ਅਜੇ ਕਰ ਰਹੀ। ਸ਼੍ਰੋਮਣੀ ਅਕਾਲੀ ਦਲ ਦਾ ਤੇ ਦੂਜੀਆਂ ਪਾਰਟੀਆਂ 'ਚ ਬੜਾ ਫਰਕ ਹੈ ਕਿ ਅਕਾਲੀ ਦਲ ਨੂੰ ਡਰ ਸੀਗਾ ਕਿ ਕਿਤੇ ਸਾਡੇ ਲੀਡਰ ਭੱਜ ਨਾ ਜਾਣ, ਇਸ ਲਈ ਬਹੁਤ ਪਹਿਲੇ ਅਨਾਉਂਸਮੈਂਟ ਕਰਨੀ ਸ਼ੁਰੂ ਕਰ ਦਿੱਤੀ, ਜਾਂ ਅੰਦਰੂਨੀ ਕੋਈ ਖਾਨਾ ਜੰਗੀ ਪਾਰਟੀ 'ਚ ਹੈਗੀ ਸੀ। 4 ਸਾਲ ਹੋ ਗਏ ਮੁੱਖ ਮੰਤਰੀ ਬਣਨਾ ਸੀ ਕੈਪਟਨ ਸਾਹਿਬ ਨੂੰ, ਕਹਿੰਦੇ 1 ਸਾਲ ਤੇ ਕੋਵਿਡ 'ਚ ਨਿਕਲ ਗਿਆ ਸਰ। ਕੈਪਟਨ ਸਾਹਿਬ ਦਾ 4 ਸਾਲ 'ਚ ਮੈਂਟਲ ਕੋਵਿਡ ਸੀ। ਆਮ ਆਦਮੀ ਪਾਰਟੀ, ਬੀਜੇਪੀ, ਕਾਂਗਰਸ, ਅਕਾਲੀ ਦਲ ਦੇ ਲਈ ਚੁਣੌਤੀ ਕਿਹੜੀ ਹੈ? ਜਦੋਂ ਸਾਰੀਆਂ ਪਾਰਟੀਆਂ ਨੇ ਝੂਠ ਬੋਲ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੁਣ ਲੋਕੀ ਸਮਝ ਗਏ। ਅਕਾਲੀ ਦਲ ਆਮ ਚੋਣਾਂ ਵੀ ਲੜ ਰਿਹਾ ਔਰ ਅਕਾਲੀ ਦਲ ਪੰਥਕ ਚੋਣਾਂ ਵੀ ਲੜ ਰਿਹਾ ਹੈ। ਅਕਾਲੀ ਦਲ ਦੇ ਸੰਵਿਧਾਨ ਦਾ ਮਸਲਾ ਬਹੁਤ ਉਛਲਿਆ ਸਿਆਸੀ ਸਫਾਂ ਦੇ ਵਿੱਚ। ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹਨਾਂ ਦੀ ਸਾਜ਼ਿਸ਼ ਹੈ ਕਿ ਅਸੀਂ ਅਕਾਲੀ ਦਲ ਨੂੰ ਕੱਢੋ। ਉਹਨਾਂ ਨੇ ਸਾਡਾ ਡੀ ਰਿਕਗਨਾਈਜ਼ ਕੀਤਾ। ਤੁਹਾਨੂੰ ਲੱਗਦਾ ਕਿ ਜੋ ਕੁਝ DSGMC ਦੇ ਕੇਸ ਦੇ ਵਿੱਚ ਹੋਇਆ, ਉਹ ਚੀਜ਼ਾਂ ਉਹਦਾ ਰਿਫਲੈਕਸ਼ਨ SGPC ਦੇ ਵਿੱਚ ਵੀ ਨਜ਼ਰ ਆਏਗਾ, ਕਿਉਂਕਿ SGPC ਦੀਆਂ ਚੋਣਾਂ ਸੈਂਟਰ ਦੇ ਕੰਟਰੋਲ ਦੇ ਵਿੱਚ ਹੈਗੀਆਂ ਨੇ, ਤੇ ਇਸ ਤਰ੍ਹਾਂ ਦੀ ਸਮੱਸਿਆ ਤੁਹਾਨੂੰ ਪੰਜਾਬ ਦੇ ਵਿੱਚ ਵੀ ਫੇਸ ਕਰਨ ਨੂੰ ਮਿਲ ਸਕਦੀ ਸੀ। ਅਸੀਂ ਰੈਡੀ ਹਾਂ ਹਰ ਸਮੱਸਿਆ ਤੋਂ। ਕੰਟਰੈਕਟ ਇਨਫੋਰਸਮੈਂਟ ਏਜੰਸੀ ਜਿਹੜੀ ਹੈ ਉਹ ਕੇਂਦਰ ਸਰਕਾਰ ਬਣਾਉਣ ਜਾ ਰਹੀ ਹੈ। ਉਹਦੇ ਜ਼ਰੀਏ ਸੈਂਟਰ ਦੇ ਕੋਲੋਂ ਸਾਰੀਆਂ ਪਾਵਰਸ ਹੋ ਜਾਣਗੀਆਂ। ਜਿਹੜਾ ਕੰਟਰੈਕਟ ਹੋਏਗਾ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਇੱਕ ਏਜੰਸੀ ਖੜੀ ਹੋ ਜਾਏਗੀ। ਪਰ ਕਾਂਗਰਸ ਦਾ ਇਹਦੇ 'ਚ ਇਹ ਪੱਖ ਹੈਗਾ, ਕਿਉਂਕਿ ਕੰਟਰੈਕਟ ਕਹਿੰਦੇ ਅਕਾਲੀ ਦਲ ਨੇ ਇਸ ਤਰ੍ਹਾਂ ਦੇ ਨਾਲ ਕੀਤੇ ਆ, ਇਸ ਦੇ ਲਈ ਅਸੀਂ ਫਸ ਗਏ। ਅਕਾਲੀ ਦਲ ਨੇ ਕੋਈ ਨਵੇਂ ਕੰਟਰੈਕਟ ਨਹੀਂ ਕੀਤੇ। ਸ਼੍ਰੋਮਣੀ ਅਕਾਲੀ ਦਲ ਨੇ ਪਾਵਰ ਸਰਪਲਸ ਕੀਤਾ ਪੰਜਾਬ ਨੂੰ। ਸੁਖਬੀਰ ਜੀ, ਤੁਸੀਂ ਪਾਰਟੀ ਦੇ ਐਕਸਪੈਂਸ਼ਨ ਦੀ ਗੱਲ ਕੀਤੀ ਸੀਗੀ ਪਹਿਲੇ ਵੀ ਅਸੀਂ ਹੋਰ ਸਟੇਟਸ ਦੇ ਵਿੱਚ ਵੀ ਜਾਵਾਂਗੇ, ਇਲੈਕਸ਼ਨ ਲੜਾਂਗੇ। ਉਹ ਗੱਲ ਤੇ ਦੁਬਾਰਾ ਕੋਈ ਕੰਮ ਹੁੰਦਾ ਨਜ਼ਰ ਨਹੀਂ ਆਇਆ। ਕੀ ਕਰ ਵੋਟਰ ਸਰਵੇ ਆਇਆ, ਹੁਣ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੈਗੇ ਹੋ? ਕਿਉਂਕਿ ਸਰਵੇ ਦੇ ਵਿੱਚ ਅਕਾਲੀ ਦਲ ਨੂੰ ਇੱਕ ਮਾੜੀ ਪੋਜੀਸ਼ਨ ਤੇ ਰੱਖਿਆ ਗਿਆ। ਉਹ ਕਹਿ ਰਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਪੰਜਾਬ ਦੇ ਵਿੱਚ। ਕਿਸਾਨ ਅੰਦੋਲਨ ਦਾ ਅਸਰ ਇਲੈਕਸ਼ਨਸ ਤੇ ਪਏਗਾ? ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹ ਜਿੱਦ ਫੜੀ ਬੈਠੇ, ਤੇ ਸਿਆਸੀ ਲੀਡਰ ਕੋਈ ਐਡਾ ਜਿੱਦੀ ਨਹੀਂ ਹੋਣਾ ਚਾਹੀਦਾ ਜਿਹੜੀ ਜਨਤਾ ਦੀ ਭਾਵਨਾ ਦੇ ਖਿਲਾਫ ਜਿੱਦ ਫੜ ਕੇ ਰੱਖੇ। ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੀ ਨਾ ਸਿਰਫ ਤਿਆਰੀ ਸਭ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਹੈ, ਬਲਕਿ ਰੈਲੀਆਂ ਕਰਕੇ ਆਪਣੇ ਉਮੀਦਵਾਰ ਵੀ ਸਮੇਂ ਤੋਂ ਪਹਿਲੇ ਐਲਾਨੇ ਜਾ ਰਹੇ ਨੇ। ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਚੋਣਾਂ ਦੀ ਜੰਗ ਬਹੁਤ ਮੁਸ਼ਕਲ ਲੱਗ ਰਹੀ ਹੈ, ਜਾਂ ਸਮੇਂ ਸਿਰ ਪਾਰਟੀ ਦੀਆਂ ਵਿਚਲੀਆਂ ਚੁਣੌਤੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ? ਇਹਨਾਂ तमाम ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਦੈਨਿਕ ਸਵੇਰਾ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੁੜ ਰਹੇ ਨੇ। ਸਰ, ਬਹੁਤ ਬਹੁਤ ਸਵਾਗਤ ਹੈ। ਬਾਦਲ ਸਾਹਿਬ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਰੈਲੀਆਂ ਤੋਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ। ਰੈਲੀਆਂ ਬੜੇ ਜ਼ੋਰ ਸ਼ੋਰ ਨਾਲ ਅੱਜ ਕੱਲ੍ਹ ਤੁਸੀਂ ਕਰ ਰਹੇ ਹੋ। ਕਿਹਾ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਸਕਿੱਲ ਬਹੁਤ ਜ਼ਬਰਦਸਤ ਹੈਗੀ ਹੈ। ਇਹ ਇਲੈਕਸ਼ਨ ਮੈਨੇਜਮੈਂਟ ਦਾ ਹਿੱਸਾ ਕਿ ਇੰਨੀ ਦੇਰ ਪਹਿਲਾਂ ਸਿਰਫ ਤੁਸੀਂ ਰੈਲੀਆਂ ਸ਼ੁਰੂ ਕੀਤੀਆਂ, ਕੋਈ ਪੋਲੀਟੀਕਲ ਪਾਰਟੀ ਨਹੀਂ ਅਜੇ ਕਰ ਰਹੀ। ਸ਼੍ਰੋਮਣੀ ਅਕਾਲੀ ਦਲ ਦਾ ਤੇ ਦੂਜੀਆਂ ਪਾਰਟੀਆਂ 'ਚ ਬੜਾ ਫਰਕ ਹੈ। ਸ਼੍ਰੋਮਣੀ ਅਕਾਲੀ ਦਲ ਤੁਸੀਂ ਦੇਖੋਗੇ ਲਗਾਤਾਰ ਹੀ ਐਕਟਿਵ ਰਹਿੰਦੀ ਹੈ। ਜਿਵੇਂ ਕਾਂਗਰਸ, ਉਹ ਤੁਸੀਂ ਹਿਸਟਰੀ ਦੇਖ ਲਓ ਕਾਂਗਰਸ ਦੀ, ਭਾਵੇਂ ਆਪੋਜੀਸ਼ਨ 'ਚ ਹੈ ਭਾਵੇਂ ਰੂਲਿੰਗ 'ਚ ਹੈ। ਹੁਣ ਇਹ ਅਖੀਰਲੇ ਜੇ ਇਲੈਕਸ਼ਨ ਆ ਗਿਆ, ਉਹਨਾਂ ਨੇ 4 ਮਹੀਨੇ ਜਾਂ 3 ਮਹੀਨੇ ਪਹਿਲੇ ਨਿਕਲਣਾ, ਫਿਰ ਝੂਠ ਛਾਟ ਬੋਲ ਕੇ ਆਪਣੀ ਗੱਲਾਂ ਕਰਨੀਆਂ। ਭਾਵੇਂ ਆਪੋਜੀਸ਼ਨ 'ਚ ਹੈ ਭਾਵੇਂ ਸਰਕਾਰ ਸੀ। ਤੁਸੀਂ ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਸੀ, ਮੈਂ ਡਿਪਟੀ ਮੁੱਖ ਮੰਤਰੀ ਸੀ। ਅਸੀਂ ਹਰ ਰੋਜ਼ ਕਿਤੇ ਨਾ ਕਿਤੇ ਹੁੰਦੇ ਸੀ। ਅਸੀਂ ਕਿਸੇ ਮੀਟਿੰਗਾਂ ਕਰ ਰਹੇ ਸੀ, ਕਿਤੇ ਐਸੋਸੀਏਸ਼ਨਾਂ ਨੂੰ ਮਿਲ ਰਹੇ ਸੀ, ਕਿਤੇ ਡਿਵੈਲਪਮੈਂਟ ਦੇ ਪ੍ਰੋਗਰਾਮ ਚੱਲ ਰਹੇ ਸੀ, ਕਿਤੇ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰ ਰਹੇ ਸੀ। ਕਾਂਗਰਸ ਦੇਖ ਲਓ, ਹੁਣ ਸਰਕਾਰ ਉਹਨਾਂ ਦੀ ਕਿਸੇ ਦਿਖਾਈ ਨਹੀਂ ਦਿੱਤਾ ਕੈਪਟਨ। ਸੋ ਸਾਡਾ ਜਿਹੜੇ ਪਾਰਟੀ ਦਾ ਜਿਹੜਾ ਫਿਲਾਸਫੀ ਹੈ, ਅਸੀਂ ਜਨਤਾ 'ਚ ਰਹਿਣ ਵਾਲੀ ਪਾਰਟੀ ਹੈ ਤੇ ਸੰਘਰਸ਼ ਕਰਨ ਵਾਲੀ ਪਾਰਟੀ ਹੈ। ਸੋ ਹਿਸਟਰੀ ਸਾਡੀ ਪੁਰਾਣੀ ਹੈ। ਸੋ ਅਸੀਂ ਕੋਈ ਐ ਨਾ ਸਮਝੋ ਕਿ ਇਲੈਕਸ਼ਨ ਕਰਕੇ ਉਹ ਸਾਡਾ ਰੂਟੀਨ ਹੀ ਹੈ। ਉਹ ਕੋਵਿਡ ਕਰਕੇ 1 ਸਾਲ ਦਾ ਜਮਾ ਬੈਨ ਲੱਗ ਗਿਆ ਸੀ, ਤੋ ਇਸ ਕਰਕੇ ਉਦੋਂ ਐਕਟਿਵਿਟੀ ਖਤਮ ਹੋ ਗਈ ਸੀ। ਨਹੀਂ ਤਾਂ ਸ਼ਰੀ ਤੋਂ 2 ਸਾਲ ਪਹਿਲੇ ਸ਼ੁਰੂ ਹੋ ਗਈ ਸੀ। ਪਰ ਇਹ ਕੀ ਕਾਰਨ ਹੈਗਾ, ਤੁਸੀਂ ਇੰਨੀ ਦੇਰ ਪਹਿਲੇ ਕਿਉਂ ਕੈਂਡੀਡੇਟ ਅਨਾਉਂਸ ਕਰਨੇ ਸ਼ੁਰੂ ਕਰ ਦਿੱਤੇ? ਕਿਉਂਕਿ ਇਹਨੂੰ ਲੈ ਕੇ ਸਿਆਸੀ ਸਭਾ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਵੱਖ-ਵੱਖ ਕਿਸਮ ਦੀਆਂ ਚੱਲਦੀਆਂ ਨੇ ਕਿ ਅਕਾਲੀ ਦਲ ਨੂੰ ਡਰ ਸੀਗਾ ਕਿ ਕਿਤੇ ਸਾਡੇ ਲੀਡਰ ਭੱਜ ਨਾ ਜਾਣ, ਇਸ ਲਈ ਬਹੁਤ ਪਹਿਲੇ ਅਨਾਉਂਸਮੈਂਟ ਕਰਨੀ ਸ਼ੁਰੂ ਕਰ ਦਿੱਤੀ, ਜਾਂ ਅੰਦਰੂਨੀ ਕੋਈ ਖਾਨਾ ਜੰਗੀ ਪਾਰਟੀ 'ਚ ਹੈਗੀ ਸੀ? ਕੋਈ ਖਾਨਾ ਜਾਣਾ ਨਹੀਂ। ਸ਼੍ਰੋਮਣੀ ਅਕਾਲੀ ਦਲ ਇੱਕ ਵੀ ਦੇਖੋਗੇ ਪਰਿਵਾਰ ਹੈ। ਜਿਹਨੇ ਭੱਜਣਾ ਸੀ ਉਹ 2 ਸਾਲ ਪਹਿਲੇ ਹੀ ਭੱਜ ਗਏ। ਹੁਣ ਕੋਈ ਸਾਡੀ ਜੀ ਟੀਮ ਵਰਕ ਹੈ, ਸਾਡੀ ਲਾਈਕ ਫੈਮਿਲੀ ਵਾਂਗੂ ਹੈ। ਐਂਡ ਹੁਣ ਦਿਨ ਕਿੰਨੇ ਰਹਿ ਗਏ? 6 ਮਹੀਨੇ ਦਾ ਰਹਿ ਗਏ।
ਤੇ ਇਸ ਕਰਕੇ ਹੁਣ ਮੈਂ ਹਲਕੇ 'ਚ ਗਿਆ ਤੇ ਦੱਸਣਾ ਹੀ ਹੈ ਕਿ ਆ ਤੁਹਾਡੇ ਉਮੀਦਵਾਰ ਹੈ, ਹੁਣ ਤੁਸੀਂ ਇਹ ਤਿਆਰੀ ਕਰੋ। ਕਿਉਂਕਿ ਆਮ ਤੌਰ ਤੇ ਬਾਦਲ ਸਾਹਿਬ ਇੰਨੀ ਜਲਦੀ ਤੁਸੀਂ ਅਨਾਉਂਸਮੈਂਟ ਕਰਦੇ ਨਹੀਂ ਹੁੰਦੇ। ਨਹੀਂ, ਨਾਰਮਲੀ ਪਿਛਲੇ ਇਲੈਕਸ਼ਨਸ ਅਸੀਂ ਕਿੰਨੇ ਕਵਰ ਕੀਤੇ ਆ, ਤੁਸੀਂ ਇੰਨੀ ਜਲਦੀ ਕਦੇ ਅਨਾਉਂਸਮੈਂਟ ਕਰਦੇ ਨਹੀਂ ਉਮੀਦਵਾਰਾਂ ਦੀ। ਹੁਣ ਕਿਉਂਕਿ ਜਿਹੜਾ ਨਾ ਇਲੈਕਸ਼ਨ ਹੁਣ ਰਹਿ ਗਿਆ 7-8 ਮਹੀਨੇ ਤੇ ਵੱਡੀਆਂ ਰੈਲੀਆਂ ਹੋ ਰਹੀਆਂ, ਲੋਕਾਂ ਦਾ ਬੜਾ ਰਿਸਪੌਂਸ ਹੈ, ਲੋਕੀ ਸੋ ਉਸ ਮੌਕੇ 'ਚ ਅਸੀਂ ਦੇਖਿਆ ਕਿ ਲੋਕ ਚਾਹੁੰਦੇ ਆ ਕਿ ਸਾਡਾ ਕੈਂਡੀਡੇਟ ਸਾਨੂੰ ਪਤਾ ਲੱਗੇ, ਤੇ 90% ਸਾਡੇ ਕੈਂਡੀਡੇਟ ਪਤਾ ਹੀ ਹੈ ਕਿ ਨਹੀਂ ਲੜਨਾ। ਸੋ ਇਟਸ ਬੈਟਰ ਕਿ ਹੁਣ ਪਹਿਲੇ ਲੱਗ ਜਾਣ, ਮੂਵਮੈਂਟ ਸ਼ੁਰੂ ਕਰਨ, ਆਪਣੀਆਂ ਗੱਲਾਂ ਲੋਕਾਂ ਨੂੰ ਬਚਾਉਣ। ਸੋ ਇਸ ਕਰਕੇ ਵੀ ਸਟਾਰਟਡ ਟੇਕਿੰਗ ਅ ਡਿਸੀਜਨ ਔਨ ਦੈਟ। ਤੁਸੀਂ ਅਸੈਸਮੈਂਟ ਕੀ ਕਰ ਰਹੇ ਹੋ ਲੋਕਾਂ ਦੇ ਵਿੱਚ ਜਾ ਕੇ? ਕੀ ਐਂਟੀ ਇਨਕੰਬੈਂਸੀ ਨਜ਼ਰ ਆ ਰਹੀ ਹੈ, ਉਹਦੇ ਕਰਕੇ ਅਕਾਲੀ ਦਲ ਪਹਿਲਾਂ ਹੀ ਫੁੱਲ ਫੋਰਸ ਨਾਲ ਲੱਗ ਗਿਆ, ਜਾਂ ਤੁਸੀਂ ਕੋਈ ਆਪਣੇ ਢੰਗ ਨਾਲ ਨੈਰੇਟਿਵ ਕੀ ਸੈੱਟ ਕਰਨਾ ਚਾਹੁੰਦੇ ਹੋ ਇਲੈਕਸ਼ਨ 'ਚ? ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਨਿਕੰਮਾ ਮੁੱਖ ਮੰਤਰੀ ਜੇ ਕੋਈ ਹੈ ਬਣਿਆ ਕੈਪਟਨ ਅਮਰਿੰਦਰ ਸਿੰਘ। ਐਂ ਲੱਗਦਾ ਹੈ ਬਗੈਰ ਡਰਾਈਵਰ ਦੇ ਗੱਡੀ ਚੱਲੀ ਜਾਂਦੀ ਹੈ। ਸਰਕਾਰ ਨਹੀਂ ਹੈ ਪੰਜਾਬ 'ਚ। ਤੁਸੀਂ ਕਿਤੇ ਮੁੱਖ ਮੰਤਰੀ ਨੂੰ ਨਹੀਂ ਦੇਖਿਆ ਹੋਣਾ ਕਿਤੇ ਪੰਜਾਬ 'ਚ, 4 ਸਾਲ ਨਹੀਂ ਦੇਖਿਆ ਹੋਣਾ ਪੰਜਾਬ 'ਚ। ਜਿਹੜਾ ਕੋਈ ਵੀ ਕੰਪਨੀ ਹੋਏ ਜਾਂ ਕੋਈ ਪਰਿਵਾਰ ਹੋਏ ਤੇ ਮੋਢੀ ਪਰਿਵਾਰ ਦਾ ਗਾਇਬ ਹੈ ਤੇ ਪਰਿਵਾਰ ਅੱਗੇ ਵੱਧ ਨਹੀਂ ਸਕਦਾ। ਪੰਜਾਬ ਸਟੈਂਡ ਸਟਿਲ ਹੈ। 4 ਸਾਲ ਹੋ ਗਏ, ਇੱਕ ਹਲਚਲ ਨਹੀਂ ਦੇਖੀ ਤੁਸੀਂ ਪੰਜਾਬ 'ਚ। ਐਂ ਲੱਗਦਾ ਜਿਵੇਂ ਨਾ ਰੁਕ ਗਿਆ ਸਾਰਾ ਕੰਮ। ਤੁਸੀਂ ਸਾਡੇ 10 ਸਾਲ ਦੇਖੋ, ਹਰ ਰੋਜ਼ ਤੁਸੀਂ ਦੇਖਦੇ ਹੁੰਦੇ ਸੀ ਕਿਤੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਬਣ ਰਿਹਾ ਹੈ, ਕਿਤੇ 4 ਲੇਨ ਸੜਕਾਂ ਬਣੀ ਜਾਂਦੀਆਂ, ਕਿਤੇ ਪਾਵਰ ਪਲਾਂਟ ਬਣੀ ਜਾਂਦੇ ਹੈ, ਕਿਤੇ ਇੱਥੇ ਯੂਨੀਵਰਸਿਟੀਆਂ ਬਣੀ ਜਾਂਦੀਆਂ। ਮੈਂ ਇੱਕ ਦਿਨ ਦੇਖ ਰਿਹਾ ਸੀ, ਲਿਸਟ ਦੇਖ ਰਿਹਾ ਸੀ ਕੀ ਕੰਮ ਕੀਤੇ ਹੈ। 13 ਤਾਂ ਨਵੀਆਂ ਯੂਨੀਵਰਸਿਟੀਜ਼ ਪੰਜਾਬ 'ਚ ਲਿਆਂਦੀਆਂ ਸੀ ਅਸੀਂ, ਘੱਟ ਤੋਂ ਘੱਟ 50 ਕਾਲਜਸ ਲਿਆਂਦੇ ਸੀ। ਸੋ ਮੇਰਾ ਮਤਲਬ ਇੱਕ ਵੱਡੀ ਲਿਸਟ ਹੈ। ਅੱਛਾ, ਉਦੋਂ ਅਸੀਂ ਡੇਲੀ ਮੁੱਖ ਮੰਤਰੀ ਬਾਦਲ ਸਾਹਿਬ ਤੇ ਮੈਂ ਤੇ ਸਾਡੀ ਕੈਬਨਿਟ, ਅਸੀਂ ਡੇਲੀ ਦਫ਼ਤਰ 'ਚ ਡੇਲੀ ਸਾਡਾ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਸੀ। ਇੱਥੇ 4 ਸਾਲ ਹੋ ਗਏ, ਮੁੱਖ ਮੰਤਰੀ ਬਣਨਾ ਸੀ ਕੈਪਟਨ ਸਾਹਿਬ ਨੂੰ, ਕਹਿੰਦੇ 1 ਸਾਲ ਤੇ ਕੋਵਿਡ 'ਚ ਨਿਕਲ ਗਿਆ ਸਾਡਾ। ਨਹੀਂ, ਕੈਪਟਨ ਸਾਹਿਬ ਦਾ 4 ਸਾਲ 'ਚ ਹੀ ਮੈਂਟਲ ਕੋਵਿਡ ਸੀ, ਉਹਨੇ ਦਿਨ ਬਾਹਰ ਨਿਕਲਣਾ ਨਹੀਂ ਸੀ। ਝੂਠੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਰਕਾਰ ਬਣਾ ਲਈ। ਇੰਟੈਂਸ਼ਨ ਇੱਕੋ ਇੱਕ ਸੀ, ਐਜ਼ ਬਣਨਾ ਮੁੱਖ ਮੰਤਰੀ। ਇੰਟੈਂਸ਼ਨ ਆ ਨਹੀਂ ਸੀ ਸੇਵਾ ਕਰਨਾ। ਤੋ ਤੁਹਾਡੇ ਸਾਹਮਣੇ ਆ ਗਈ। ਲੋਕਾਂ ਦੀ ਨਬਜ਼ ਕਿਵੇਂ ਫੜ ਰਹੇ ਹੋ ਤੁਸੀਂ? ਪਿਛਲਾ ਇਲੈਕਸ਼ਨ ਡਿਵੈਲਪਮੈਂਟ ਦੇ ਇਸ਼ੂ ਤੇ ਲੜਿਆ ਸੀਗਾ, ਡਿਵੈਲਪਮੈਂਟ ਦੇ ਮੁੱਦੇ ਤੇ ਅਸੀਂ ਉਹ ਇਲੈਕਸ਼ਨ ਕਵਰ ਕੀਤਾ ਸੀ। ਇਸ ਵਾਰੀ ਕਿਆ ਤੁਸੀਂ ਕੈਪਟਨ ਸਰਕਾਰ ਦਾ ਫੇਲੀਅਰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹੋ, ਜਾਂ ਤੁਸੀਂ ਕੀ ਆਪਦੇ ਵੱਲੋਂ ਏਜੰਡਾ ਲੈ ਕੇ ਜਾ ਰਹੇ ਹੋ? ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੀ ਜਨਤਾ ਨੂੰ। ਪੰਜਾਬ ਬਾਰਡਰ ਸਟੇਟ ਹੈ। ਪੰਜਾਬ 'ਚ 2-3 ਚੀਜ਼ਾਂ ਬਹੁਤ ਜ਼ਰੂਰੀ ਹੈ ਬਾਰਡਰ ਸਟੇਟ 'ਚ ਤਰੱਕੀ ਵਾਸਤੇ ਤੇ ਅਮਨ ਸ਼ਾਂਤੀ ਵਾਸਤੇ। ਇੱਕ ਮੇਰੇ ਪਿਤਾ ਬਾਦਲ ਸਾਹਿਬ ਨੇ ਜਿਹੜੀ ਮੈਨੂੰ ਇੱਕ ਗੱਲ ਸਿਖਾਈ ਹੈ ਕਿ ਪੰਜਾਬ ਤਰੱਕੀ ਤਾਂ ਕਰ ਸਕਦਾ ਹੈ ਜੇ ਪੰਜਾਬ ਵਿੱਚ ਪੀਸ ਰਹੇ ਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੇ। ਸੋ ਸ਼੍ਰੋਮਣੀ ਅਕਾਲੀ ਦਲ ਆਪਣੇ ਜਿਵੇਂ ਉਸੇ ਅਸੂਲਾਂ ਤੇ ਚੱਲ ਰਿਹਾ। ਫॉर ਅਸ ਪੀਸ, ਭਾਈਚਾਰਕ ਸਾਂਝ ਸਾਡੀ ਪ੍ਰਾਇਰਟੀ ਹੈ। ਨਾਲੇ ਪੰਜਾਬ ਤੁਹਾਨੂੰ ਚਾਹੀਦਾ ਮੁੱਖ ਮੰਤਰੀ ਜਿਹਦੇ ਮਨ 'ਚ ਇੱਕ ਉਹਦੇ ਕੋਲ ਵਿਜ਼ਨ ਹੋਏ, ਇੱਕ ਉਹਦੇ ਕੋਲ ਕੰਮ ਕਰਨ ਦਾ ਜਜ਼ਬਾ ਹੋਏ। ਅਸੀਂ ਤੁਹਾਨੂੰ ਪ੍ਰੂਵ ਕਰ ਦਿੱਤਾ ਕਿ ਸਾਡੇ ਕੋਲੇ ਵਿਜ਼ਨ ਵੀ ਹੈ ਤੇ ਕੰਮ ਕਰਨ ਦਾ ਜਜ਼ਬਾ ਵੀ ਹੈ। ਤੁਸੀਂ ਦੇਖਿਓ ਨਾ 10 ਸਾਲਾਂ 'ਚ ਪੰਜਾਬ ਦੀ ਜਨਤਾ ਉਹਨਾਂ ਨੇ ਦੇਖ ਵੀ ਲਿਆ ਕਿ 10 ਸਾਲਾਂ 'ਚ ਉਹਨਾਂ ਦੀ ਜੋ ਅਸੀਂ ਡਿਵੈਲਪਮੈਂਟ ਦੇ ਕੰਮ ਕੀਤੇ, ਉਹਨਾਂ ਦੀ ਲਾਈਫ 'ਚ ਚੇਂਜ ਲਿਆਂਦਾ ਸੀ। ਫੋਰ ਐਗਜ਼ਾਮਪਲ, ਛੋਟੀ ਗੱਲ ਹੈ, ਤੁਸੀਂ ਲੁਧਿਆਣੇ ਤੋਂ, ਜਲੰਧਰ ਤੋਂ ਚੰਡੀਗੜ੍ਹ ਜਾਂਦੇ ਹੋ, ਪਹਿਲੇ ਡਰ ਲੱਗਦਾ ਹੁੰਦਾ ਸੀ ਸੜਕਾਂ ਤੇ ਜਾਂਦੇ ਕਿ ਐਕਸੀਡੈਂਟ ਨਾ ਹੋ ਜਾਏ, ਸਿੰਗਲ ਸੜਕ ਸੀ। ਹੁਣ ਭਾਵੇਂ ਰਾਤ ਦੇ 11 ਵਜੇ ਤੁਹਾਨੂੰ ਕੋਈ ਚੰਡੀਗੜ੍ਹ ਜਾਣਾ, ਮਿੰਟ 'ਚ ਆ ਜਾਣਾ। ਤੁਸੀਂ ਇੱਥੋਂ ਜਲੰਧਰ ਜਾਂਦੇ ਹੋ, ਇੱਥੋਂ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਪਠਾਨਕੋਟ ਜਾਂਦੇ ਹੋ, ਚੰਡੀਗੜ੍ਹ ਤੋਂ ਬਠਿੰਡਾ ਜਾਂਦੇ ਹੋ, ਅੰਮ੍ਰਿਤਸਰ ਤੋਂ ਜਾਂਦੇ ਆ। ਇਨਫਰਾਸਟ੍ਰਕਚਰ ਦੇਖੋ ਕਿਵੇਂ ਚੇਂਜ ਕਰ ਦਿੱਤਾ। ਤੁਸੀਂ ਪਾਵਰ ਦੇ ਦੇਖੋ ਕਿੰਨਾ ਇਨਫਰਾਸਟ੍ਰਕਚਰ ਚੇਂਜ ਕਰਕੇ ਪਾਵਰ ਸਰਪਲਸ ਕਰ ਦਿੱਤਾ। ਜਿਹੜੀਆਂ ਜ਼ਰੂਰੀ ਚੀਜ਼ਾਂ ਸੀ, ਜਿਹੜੀਆਂ ਕਮੀਆਂ ਸੀ ਪੰਜਾਬ 'ਚ, ਕਿਦੋਂ ਪੂਰੀਆਂ ਹੋਈਆਂ? ਉਦੋਂ ਹੀ ਹੋਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੀ। ਜਿਹੜੀ ਵੱਡੀ ਗੱਲ ਹੈ, ਸਾਰੀਆਂ ਪਾਰਟੀਆਂ 'ਚੋਂ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਕਾਂਗਰਸ ਵੀ ਬਾਹਰ ਦੀ ਹੈ, ਆਮ ਆਦਮੀ ਪਾਰਟੀ ਬਾਹਰ ਦੀ ਹੈ, ਬੀਜੇਪੀ ਬਾਹਰ ਦੀ ਹੈ।
ਜੋ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜਿਹੜੀ ਨਵ ਸਮਝਦੀ ਹੈ, ਪੰਜਾਬੀਆਂ ਦੀ ਭਾਵਨਾ ਸਮਝਦੀ ਹੈ ਤੇ ਪੰਜਾਬੀਆਂ ਵਾਸਤੇ ਲੜਦੀ ਹੈ। ਤੁਸੀਂ ਦੇਖਿਆ ਹੋਣਾ ਜਿੰਨੇ ਵੀ ਚੀਜ਼ ਕੋਈ ਸੰਘਰਸ਼ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਤੇ ਲੀਡਰਸ਼ਿਪ ਸਾਰੀ ਪੰਜਾਬ ਦੀ ਹੈ। ਸੋ ਆਹ ਫਰਕ ਹੈ, ਕਿਉਂਕਿ ਜੇ ਆਮ ਆਦਮੀ ਪਾਰਟੀ ਉਹ ਦੇਖਦੀ ਰਹਿੰਦੀ ਹੈ ਕੇਜਰੀਵਾਲ ਕੀ ਸਾਨੂੰ ਕਹੂਗਾ ਉਸ ਹਿਸਾਬ ਨਾਲ ਅਸੀਂ ਕੋਈ ਬਿਆਨ ਦੇਣਾ ਹੈ। ਕਾਂਗਰਸ ਵੀ ਦੇਖਦੀ ਰਹਿੰਦੀ ਹੈ ਦਿੱਲੀ ਦਾ ਅਸੀਂ ਇਹ ਜਿਹਾ ਬਿਆਨ ਨਾ ਦਈਏ, ਇਹ ਜਿਹਾ ਗੱਲ ਨਾ ਕਰੀਏ ਜਿੰਨਾ ਤੱਕ ਹਾਈ ਕਮਾਂਡ ਸਿਸਟਮ ਸਾਡਾ ਸਾਰਾ ਕੁਝ ਇੱਥੇ ਹੈ। ਸੋ ਤੁਹਾਨੂੰ ਜਿਹੜੀ ਆਪਣੀ ਲੋਕਲ ਪਾਰਟੀ ਹੋਏ ਉਹ ਆਪਣੇ ਉਹਦਾ ਜਜ਼ਬਾ ਆਪਣੀ ਸਟੇਟ ਵਾਸਤੇ ਬਹੁਤ ਫਰਕ ਜ਼ਿਆਦਾ ਹੁੰਦਾ ਹੈ। ਬਾਦਲ ਸਾਹਿਬ, ਤੁਸੀਂ ਇੰਨੀ ਜਲਦੀ ਜਿਹੜਾ ਇਲੈਕਸ਼ਨ ਮੋਡ ਤੇ ਪੂਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਲੋਕਾਂ ਦੇ ਵਿੱਚ ਜਾ ਰਹੇ ਹੋ, ਸਮਝ ਕਿਵੇਂ ਪਾ ਰਹੇ ਹੋ ਜ਼ਮੀਨੀ ਹਕੀਕਤ ਨੂੰ? ਇਸ ਸਮੇਂ ਪੰਜਾਬ 'ਚ ਤੁਸੀਂ 3rd ਪੋਜੀਸ਼ਨ ਤੇ ਹੋ। ਆਮ ਆਦਮੀ ਪਾਰਟੀ ਚੌਥਾ ਪਲੇਅਰ ਆ ਗਿਆ, ਬੀਜੇਪੀ। ਹੁਣ ਆਮ ਆਦਮੀ ਪਾਰਟੀ, ਬੀਜੇਪੀ, ਕਾਂਗਰਸ, ਅਕਾਲੀ ਦਲ ਦੇ ਲਈ ਚੁਣੌਤੀ ਕਿਹੜੀ ਹੈਗੀ? ਅਸੀਂ 3rd ਪੋਜੀਸ਼ਨ 'ਚ ਨਹੀਂ ਹੈ। ਅਸੈਂਬਲੀ 'ਚ ਤੁਸੀਂ ਜੇ ਸੀਟਾਂ ਦੇਖੋ ਤੁਸੀਂ ਸੀਟ 3rd ਕਹਿ ਸਕਦੇ ਹੋ, ਪਰ ਵੋਟ ਸ਼ੇਅਰ ਦੇਖੋ। ਫਿਰ ਕਾਂਗਰਸ ਨੂੰ ਪਿਛਲੇ ਅਸੈਂਬਲੀ ਇਲੈਕਸ਼ਨ 'ਚ ਸਾਡੇ ਖਿਲਾਫ ਇੰਨਾ ਪ੍ਰਚਾਰ ਕਰਨ ਦੇ ਬਾਵਜੂਦ ਉਹਨਾਂ ਨੂੰ 37% ਵੋਟ ਪਏ, ਸ਼੍ਰੋਮਣੀ ਅਕਾਲੀ ਦਲ ਨੂੰ 31 ਪਏ, ਆਮ ਆਦਮੀ ਪਾਰਟੀ ਨੂੰ 21%। ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ ਸਾਡਾ ਤੇ ਕਾਂਗਰਸ ਦਾ ਗੈਪ ਇਕੱਲਾ 1% ਰਹਿ ਗਿਆ ਤੇ ਆਮ ਆਦਮੀ ਪਾਰਟੀ 21% ਤੋਂ ਆ ਗਈ 6% ਤੇ। ਲੋਕਲ ਬੋਡੀ ਇਲੈਕਸ਼ਨ ਆ ਗਏ, ਆਮ ਆਦਮੀ ਪਾਰਟੀ ਭਾਵੇਂ ਬੀਜੇਪੀ 40 ਸੀਟਾਂ ਤੋਂ ਨਹੀਂ ਟੱਪੀ, ਕੱਲੀ ਸ਼੍ਰੋਮਣੀ ਅਕਾਲੀ। ਸੋ ਆਪੋਜੀਸ਼ਨ ਸ਼੍ਰੋਮਣੀ ਅਕਾਲੀ ਦਲ ਹੀ ਹੈ। ਨੰਬਰਸ ਕਰਕੇ ਸੀਟਾਂ ਦੇ ਕਰਕੇ ਐਕਟਿਵ ਮਿਸਹੈਪ ਹੋਇਆ, ਉਦੋਂ ਵੀ ਹੋਇਆ ਇੰਨੇ ਜਦੋਂ ਸਾਰੀਆਂ ਪਾਰਟੀਆਂ ਨੇ ਝੂਠ ਬੋਲ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੁਣ ਲੋਕੀ ਸਮਝ ਗਏ। ਹੁਣ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਮੋਦੀ ਜਦੋਂ ਅਸਾਮ 'ਚ ਬੰਗਾਲ 'ਚ ਕੈਂਪੇਨ ਕਰਦੇ ਨੇ, ਉਹ ਕਹਿੰਦੇ ਕਿ ਇਸ ਸਮੇਂ ਡਬਲ ਇੰਜਨ ਸਰਕਾਰ ਜਿਹੜੀ ਹੋਏਗੀ ਉਹ ਕਾਮਯਾਬ ਹੋਏਗੀ। ਪੰਜਾਬ ਦੇ ਵਿੱਚ ਜੇ ਸਪੋਜ਼ ਤੁਸੀਂ ਆ ਜਾਂਦੇ ਹੋ ਸੱਤਾ ਦੇ ਵਿੱਚ, ਤੁਹਾਨੂੰ ਲੱਗਦਾ ਕਿ ਤੁਹਾਨੂੰ ਇਕੁਏਸ਼ਨ ਬਿਠਾਉਣਾ ਸੌਖਾ ਰਹੇਗਾ ਕਿ ਜ਼ਿਆਦਾ ਮੁਸ਼ਕਲ ਹੋ ਜਾਏਗਾ, ਕਿਉਂਕਿ ਤੁਹਾਡਾ ਤੋੜ ਵਿਛੋੜਾ ਹੁਣੇ ਹੋਇਆ? ਗੱਲ ਹੈ ਕਿ ਇੰਜਨ ਤਕੜਾ ਚਾਹੀਦਾ ਉਧਰ ਕੇ ਪੰਜਾਬ 'ਚ ਨਹੀਂ ਆਪਣੇ ਸੂਬੇ ਦਾ, ਜਿਹੜਾ ਸੂਬੇ ਵਾਸਤੇ ਲੜਾਈ ਲੜ ਸਕੇ, ਜਿਹਨੂੰ ਕੋਈ ਡਰ ਭੈ ਨਾ ਹੋਏ, ਜਿਹਦਾ ਪੁਰਾਣਾ ਰਿਕਾਰਡ ਹੋਏ। ਸੀ ਤੁਹਾਨੂੰ ਚੂਜ਼ ਕਰਨਾ ਮੁੱਖ ਮੰਤਰੀ ਕਿਹੜੀ ਪਾਰਟੀ, ਤੁਹਾਨੂੰ ਕ੍ਰੈਡੈਂਸ਼ੀਅਲਸ ਦੇਖਣੀ ਚਾਹੀਦੀ ਲੋਕਾਂ ਨੂੰ। ਤੁਸੀਂ ਪਿਛਲੇ 20 ਸਾਲ ਦੀਆਂ ਕਾਂਗਰਸ ਦੀਆਂ ਸਰਕਾਰਾਂ ਵੀ ਦੇਖ ਲਈਆਂ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਵੀ ਦੇਖ ਲਈਆਂ, ਦੋਨਾਂ 'ਚ ਫਰਕ ਦੇਖ ਲਓ ਕਿ ਕੀ ਉਦੋਂ ਪੰਜਾਬ ਦੇ ਲੋਕੀ ਸੁਖੀ ਸੀ ਕਿ ਹੁਣ ਹੈ, ਕੀ ਹੁਣ ਤੁਹਾਡੇ ਕੋਲੇ ਕੋਈ ਚੀਜ਼ ਫਰਕ ਪਿਆ ਤੁਹਾਡੀ ਜ਼ਿੰਦਗੀ 'ਚ? ਜਿਹੜੀ ਵੀ ਸਰਕਾਰ ਆਏ ਉਹ ਜ਼ਿੰਦਗੀ 'ਚ ਤਬਦੀਲੀ ਲਿਆਉਣੀ ਚਾਹੀਦੀ ਉਹਨੂੰ, ਲੋਕਾਂ ਦੀਆਂ ਭਾਵਨਾ ਨੂੰ ਸਮਝ ਕੇ ਕੋਈ ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਜੇ ਲੋਕਾਂ ਦੀਆਂ ਭਾਵਨਾ ਸਮਝ ਕੇ ਉਹਨਾਂ ਦਾ ਤੁਹਾਨੂੰ ਲੱਗਦਾ ਤੁਹਾਡੀ ਡੀਲਿੰਗ ਬੈਟਰ ਹੋ ਸਕਦੀ ਹੈ ਜਾਂ ਇੱਕ ਤਾਲਮੇਲ ਠੀਕ ਰਹਿ ਸਕਦਾ ਅਗਰ ਸੁਖਬੀਰ ਸਿੰਘ ਬਾਦਲ ਆ ਜਾਂਦੇ ਨੇ ਸੱਤਾ 'ਚ ਸੈਂਟਰ ਨਾਲ? ਸੈਂਟਰ ਨਾਲ ਹਰ ਜਦੋਂ ਕਾਂਗਰਸ ਦਾ ਮੁੱਖ ਮੰਤਰੀ ਸੀ, ਪ੍ਰਧਾਨ ਮੰਤਰੀ ਸੀ, ਬਾਦਲ ਸਾਹਿਬ ਪ੍ਰਧਾਨ ਮੰਤਰੀ ਸੀ, ਐ ਨਹੀਂ ਹੁੰਦਾ ਕਿ ਸੈਂਟਰ 'ਚ ਕਿ ਤੁਸੀਂ ਜਿਹੜਾ ਸੈਂਟਰ ਦੀ ਕੋਈ ਸਰਕਾਰ ਹੋਰ ਹੋਏ ਤੇ ਦੂਜੀ ਹੋਏ ਉਹਨੇ ਤੁਹਾਨੂੰ ਕਮਰੇ 'ਚ ਵੰਡ ਨਹੀਂ ਦੇਣਾ। ਜੇ ਤੁਹਾਡਾ ਕੇਸ ਹੀ ਮੈਰਿਟ ਤੇ ਹੋਏ ਤੇ ਤੁਹਾਨੂੰ ਉਹ ਰੋਕ ਨਹੀਂ ਸਕਦੇ। ਜੇ ਤੁਹਾਡੇ ਵਿੱਚ ਜੇ ਤੁਸੀਂ ਮਿਲ ਜਾਓ, ਮੈਂ ਦੇਖਿਆ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਕਿਸੇ ਵੀ ਕਾਂਗਰਸ ਦੇ ਮੰਤਰੀ ਕੋਲੇ ਚਲੇ ਜਾਂਦੇ ਸੈਂਟਰ 'ਚ, ਕਿਸੇ ਨੇ ਨਾ ਨਹੀਂ ਕੀਤੀ ਕਿਉਂਕਿ ਉਹ ਜਾਂਦੇ ਸੀ ਉਹਨਾਂ ਕੋਲੇ। ਪਰ ਜੇ ਮੁੱਖ ਮੰਤਰੀ ਨੇ ਜਾਣਾ ਹੀ ਨਹੀਂ, ਮਿਲਣਾ ਹੀ ਨਹੀਂ, ਆਪਣੇ ਆਪ ਹੀ ਕੰਮ ਨਹੀਂ ਹੋਣੇ। ਹੁਣ ਜੇ ਕੈਪਟਨ ਅਮਰਿੰਦਰ ਸਿੰਘ ਨੇ 4 ਸਾਲ ਘਰੋਂ ਆਪਣੇ ਨਿਕਲਣਾ ਹੀ ਨਹੀਂ ਤੇ ਸੈਂਟਰ ਦਾ ਭਾਵੇਂ ਕਿੰਨਾ ਵਧੀਆ ਮੁੱਖ ਮੰਤਰੀ, ਭਾਵੇਂ ਡਬਲ ਇੰਜਨ ਹੋਏ ਭਾਵੇਂ ਟ੍ਰਿਪਲ ਇੰਜਨ ਹੋਏ, ਫਾਇਦਾ ਕੀ ਹੈ? ਇੰਜਨ ਇੱਕੋ ਹੀ ਤਕੜਾ ਹੋ ਸਕਦਾ, ਛੋਟੇ 2 ਇੰਜਨ ਲਾ ਲਓ, ਕੋਈ ਫਰਕ ਨਹੀਂ ਪੈਂਦਾ। ਸੈਂਟਰ ਸਟੇਟ ਕਨਫਲਿਕਟ ਜਿਹੜਾ ਉਹ ਵੱਧ ਰਿਹਾ ਲਗਾਤਾਰ, ਜਿਹੜੀਆਂ ਹੁਣ ਚਿੱਠੀਆਂ ਆ ਰਹੀਆਂ ਨੇ, ਸਭ ਤੋਂ ਵੱਡਾ ਮਸਲਾ ਇਹਨਾਂ ਦਿਨੀ ਚਰਚਾ ਦੇ ਵਿੱਚ ਬਣ ਗਿਆ ਜਿਹੜਾ ਕਿਹਾ ਕਿ ਜਿਹੜੇ ਸਰਹੱਦੀ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਮਜ਼ਦੂਰ ਦੂਸਰੀ ਸਟੇਟ ਯੂਪੀ ਬਿਹਾਰ ਤੋਂ ਲਿਆ ਕੇ ਉਹਨਾਂ ਨੂੰ ਨਸ਼ਾ ਦੇ ਕੇ ਇੱਥੇ ਰੱਖਿਆ ਜਾਂਦਾ, ਪੰਜਾਬ ਦੇ ਵਿੱਚ ਬੰਧੂਆ ਮਜ਼ਦੂਰੀ ਕਰਵਾਈ ਜਾਂਦੀ ਹੈਗੀ ਹੈ। ਤੁਸੀਂ ਕਿਵੇਂ ਦੇਖ ਰਹੇ ਹੋ? ਜਿਹੜਾ ਮੈਂ ਤੁਹਾਨੂੰ ਇੱਕ ਦੱਸਾਂ ਕਿ ਹੋ ਕੀ ਰਿਹਾ, ਜਿਹੜੀ ਗਵਰਨਮੈਂਟ ਆਫ ਇੰਡੀਆ ਅੱਜ ਦੀ ਗਵਰਨਮੈਂਟ ਆਫ ਇੰਡੀਆ ਉਹ ਪੋਲੀਟੀਕਲ ਇਨਪੁਟ ਨਹੀਂ ਉੱਤੇ ਜਾ ਰਿਹਾ, ਉਹ ਬਿਊਰੋਕ੍ਰੈਟਿਕ ਸਰਕਾਰ ਚੱਲ ਰਹੀ ਹੈ। ਕਿਸਾਨੀ ਦੇ ਫੈਸਲੇ ਲੈ ਰਹੇ ਹਾਂ, ਘੱਟ ਤੋਂ ਘੱਟ ਕਿਸਾਨੀ ਦੀ ਪਾਰਟੀਆਂ ਨਾਲ ਡਿਸਕਸ ਕਰ ਲਓ, ਕੱਲੇ ਆਫੀਸ਼ੀਅਲ ਬਹਿ ਕੇ ਪ੍ਰਧਾਨ ਮੰਤਰੀ ਫੈਸਲਾ ਲੈ ਕੇ ਫੈਸਲਾ ਐਲਾਨ ਕਰ ਦਿੰਦੇ।
ਆਪਾਂ ਇਲੈਕਟਿਡ ਗਵਰਨਮੈਂਟ ਕਿਉਂ ਇਲੈਕਟ ਕਰਦੇ ਆ ਕਿ ਇਲੈਕਟਿਡ ਰਿਪਰੈਜ਼ੈਂਟੇਟਿਵ ਸਰਕਾਰ ਪਬਲਿਕ ਨਾਲ ਜੁੜੇ ਹੁੰਦੇ ਆ, ਪਬਲਿਕ ਦੀ ਭਾਵਨਾ ਸਮਝਦੇ ਆ। ਆਈ ਫਰਕ ਇਲੈਕਟਿਡ ਰਿਪਰੈਜ਼ੈਂਟੇਟਿਵ ਤੇ ਬਿਊਰੋਕਰੇਟ 'ਚ ਹੈ। ਬਿਊਰੋਕਰੇਟ ਨੇ ਤਾਂ ਆਪਣੀ ਨੌਕਰੀ ਦੇਖਣੀ ਹੈ, ਉਹਨੂੰ ਪਤਾ ਕਿ ਮੈਂ ਪਬਲਿਕ ਤੇ ਜਾਣਾ ਨਹੀਂ, ਰਿਐਕਸ਼ਨ ਹੈ ਕੁਛ। ਜਿਹੜੀ ਬਿਗੇਸਟ ਕਮੀ ਜਿਹੜੀ ਅੱਜ ਸੈਂਟਰ ਸਰਕਾਰ ਪ੍ਰਾਈਮ ਮਿਨਿਸਟਰ ਮੋਦੀ ਸਰਕਾਰ 'ਚ ਹੈ ਕਿ ਉਹ ਬਿਊਰੋਕਰੇਸੀ ਰਨ ਕਰ ਰਹੀ ਹੈ, ਪੋਲੀਟੀਕਲ ਇਨਪੁਟ ਹੈ ਨਹੀਂ। ਹੁਣ ਜੇ ਪੋਲੀਟੀਕਲ ਇਨਪੁਟ ਹੁੰਦੀ ਕਿਸਾਨੀ ਅੰਦੋਲਨ ਨਹੀਂ ਹੋਣਾ ਸੀ। ਜੇ ਪੋਲੀਟੀਕਲ ਹੁਣ ਡਾਇਰੈਕਟ ਪੇਮੈਂਟ ਦੇਣ ਨੂੰ ਕਹਿੰਦੇ ਕਿਸਾਨੀ ਨੂੰ ਦੇ ਰਿਹਾ। ਹੁਣ ਪੰਜਾਬ ਵਿੱਚ ਆੜਤੀਆ ਤੇ ਕਿਸਾਨ ਇੱਕ ਹੈ। ਆ ਇੱਕ ਸਿਸਟਮ ਹੈ ਜਾਂ ਬਣਿਆ ਇੰਨੇ ਏਜਸ ਤੋਂ ਬਣਿਆ। ਤੁਸੀਂ ਜਿਹੜੇ ਸਿਸਟਮ ਸਕਸੈਸਫੁਲ ਹੈ ਤੁਸੀਂ ਤੋੜ ਕਿਉਂ ਰਹੇ ਹੋ? ਜਾਂ ਤਾਂ ਜੇ ਲੋਕੀ ਜੇ ਤਾਂ ਕਿਸਾਨ ਚਾਹਣ ਫਿਰ ਤਾਂ ਤੋੜ ਦਿਓ, ਜੇ ਆੜਤੀ ਹੈ ਤੋੜ ਦਿਓ। ਵੀ ਜੇ ਦੋਨੋਂ ਹੀ ਨਹੀਂ ਚਾਹੁੰਦੇ ਫਿਰ ਤੁਸੀਂ ਤੋੜ ਰਹੇ ਹੋ। ਜੇ ਕਿਸਾਨ ਤੁਸੀਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਹੱਕ 'ਚ ਮੈਂ ਕਹਿ ਰਿਹਾ ਕਿ ਅੱਜ ਦਾ ਸਿਸਟਮ ਸਾਡਾ ਪੁਰਾਣਾ ਆੜਤੀਆ ਤੇ ਜਿਹੜਾ ਸਿਸਟਮ ਵਿੱਚ ਸਕਸੈਸਫੁਲ ਚੱਲ ਰਿਹਾ ਉਹਨੂੰ ਕਿਉਂ ਤੁਸੀਂ ਖਤਮ ਕਰ ਰਹੇ ਹੋ? ਆ ਜਿਹੜੇ ਐਕਟ ਹੈ ਖੇਤੀ ਦੇ, ਜਦੋਂ ਸਭ ਤੋਂ ਵਧੀਆ ਮੰਡੀ ਸਿਸਟਮ ਪੂਰੇ ਹਿੰਦੁਸਤਾਨ 'ਚ ਪੰਜਾਬ ਦਾ ਹੈ, ਫਿਰ ਤੁਸੀਂ ਉਹਨੂੰ ਡਿਸਟਰੋਏ ਕਿਉਂ ਕਰ ਰਹੇ ਹੋ? ਤੁਸੀਂ ਚਾਹੀਦਾ ਕੀ ਸੀ ਪੋਲੀਟੀਕਲ ਇਨਪੁਟ ਲੈ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਪੂਰੇ ਦੇਸ਼ 'ਚ ਪੰਜਾਬ ਮਾਡਲ ਨੂੰ ਅਸੀਂ ਲਾਗੂ ਕਰਦੇ ਹਾਂ। ਪੰਜਾਬ ਜਿਵੇਂ ਮੰਡੀਆਂ ਬਣੀਆਂ ਤੁਸੀਂ ਯੂਪੀ 'ਚ ਬਣਾ ਦਿਓ, ਤੁਸੀਂ ਬਿਹਾਰ 'ਚ ਬਣਾ ਦਿਓ, ਕਿਉਂ ਨਹੀਂ ਬਣਾਉਂਦੇ ਸਰਕਾਰੀ? ਜਿਵੇਂ ਸਰਕਾਰੀ ਮੰਡੀਆਂ ਬਣੀਆਂ, ਜਿਵੇਂ ਇਨਫਰਾਸਟ੍ਰਕਚਰ ਬਣਿਆ, ਅੱਜ ਪੰਜਾਬ ਕਾਮਯਾਬ ਇਸ ਲਈ ਹੈ ਕਿਉਂਕਿ ਆਪਣਾ ਜਿਹੜਾ ਮੰਡੀਕਰਨ ਸਿਸਟਮ ਹੈ। ਐਂਡ ਮੈਂ ਤੁਹਾਨੂੰ ਹੋਰ ਵੀ ਦੱਸਾਂ, ਜਿਹੜਾ ਮੰਡੀਕਰਨ ਸਿਸਟਮ ਅੱਜ ਪੰਜਾਬ ਦਾ ਹੈ 90% ਜੋ ਮੰਡੀਕਰਨ ਸਿਸਟਮ ਬਣਾਇਆ ਹੈ ਉਸ ਦਾ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ। 5 ਸਾਲ ਮੁੱਖ ਮੰਤਰੀ ਹਰ ਵਾਰ ਐਡ ਕੀਤੇ 90% ਭਾਵੇਂ ਤੇ ਆਰਟੀਏ ਦਾ ਘਟਾ ਲਓ। ਠੀਕ ਹੈ। ਸੋ ਜਿਹੜਾ ਆਪਣਾ ਸਿਸਟਮ ਬਣਿਆ ਪ੍ਰੋਕਿਉਰਮੈਂਟ ਦਾ, ਆਪਣਾ ਮੰਡੀਕਰਨ ਸਿਸਟਮ ਦਾ, ਪੇਮੈਂਟ ਦਾ ਇੱਕ ਬੈਸਟ ਹੈ। ਸੋ ਤੁਸੀਂ ਜਿਹੜੇ ਬੈਸਟ ਸਿਸਟਮ ਨੂੰ ਦੇਖ ਕੇ ਤੁਸੀਂ ਲਾਗੂ ਕਰੋ। ਤੁਸੀਂ ਹਰ ਚੀਜ਼ ਨਵੇਂ ਲਿਆਉਣੇ ਚਾਹੁੰਦੇ ਹੋ। ਪਰ ਬਾਲ ਸਾਹਿਬ, ਮੈਂ ਕੱਲ ਸੁਨੀਲ ਜਾਖੜ ਉਹਨਾਂ ਨੂੰ ਇੰਟਰਵਿਊ ਕਰ ਰਿਹਾ ਸੀਗਾ, ਸ਼ਾਮ ਨੂੰ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਕਿਆ ਤੁਸੀਂ ਆੜਤੀਆਂ ਨਾਲ ਮੀਟਿੰਗ ਕੀਤੀ ਹੈ, ਕਿਸਾਨਾਂ ਨਾਲ ਮੀਟਿੰਗ ਕੀਤੀ ਹੈ, ਕਿ ਉਹ ਕੀ ਚਾਹੁੰਦੇ ਨੇ? ਸੁਨੀਲ ਜਾਖੜ ਨੂੰ ਮੈਂ ਕਿਹਾ ਸੀਗਾ ਕਿਆ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸਾਨਾਂ ਨਾਲ ਵੀ ਇੱਕ ਮੀਟਿੰਗ ਕਰ ਲੈਣੀ ਚਾਹੀਦੀ ਸੀ? ਉਹ ਕਹਿੰਦੇ ਸਾਨੂੰ ਸਮਾਂ ਬਹੁਤ ਘੱਟ ਮਿਲਿਆ, ਸਾਨੂੰ ਸਮਾਂ ਨਹੀਂ ਦਿੱਤਾ ਸੈਂਟਰ ਸਰਕਾਰ ਨੇ। ਮੈਂ ਇਸ ਲਈ ਤੁਹਾਨੂੰ ਪੁੱਛਿਆ ਤੁਸੀਂ ਕੀ ਚਾਹੁੰਦੇ ਹੋ, ਮਾਡਲ ਕੀ ਹੋਣਾ ਚਾਹੀਦਾ? ਕਿਉਂਕਿ ਕਿਸਾਨ ਵੀ ਇਹ ਗੱਲ ਕਹਿ ਰਹੇ ਨੇ। ਕੀ ਹੈ ਇਹਦੇ ਦੋ ਪਹਿਲੂ ਹੈ। ਜਿਹੜਾ ਕਿਸਾਨ ਹੈ ਪੰਜਾਬ ਦਾ ਕਿਸਾਨ ਤੇ ਆੜਤੀਆ, ਆ ਉਹਨਾਂ ਦਾ ਇੱਕ ਰਿਸ਼ਤਾ ਹੈ ਜਿਹਾ ਕਿ ਉਹ ਉਹਨਾਂ ਦਾ ਆੜਤੀਆ ਉਹਨਾਂ ਕਿਸਾਨ ਦਾ ਬੈਂਕ ਹੈ। ਜਦੋਂ ਜੀ ਕਰੇ ਕਿਸਾਨ ਉਹਨਾਂ ਤੋਂ ਪੈਸੇ ਲੈ ਲੈਂਦਾ, ਜਦੋਂ ਜੀ ਕਰੇ ਉਹਨਾਂ ਨੂੰ ਆਇਆ ਸਿਸਟਮ ਚੱਲੀ ਜਾਂਦਾ। ਮੈਂ ਤਾਂ ਹੀ ਕਹਿ ਰਿਹਾ ਸੀ ਜਿਹੜਾ ਤੁਸੀਂ ਬਿਊਰੋਕਰੈਟਿਕ ਫੈਸਲੇ ਲੈ ਰਹੇ ਹੋ, ਕੋਈ ਫੈਸਲਾ ਨਾ, ਉਹਨਾਂ ਨੂੰ ਕਿਸਾਨਾਂ ਨੂੰ ਬੁਲਾਓ, ਆੜਤੀਆਂ ਨੂੰ ਬੁਲਾਓ, ਦੋਨਾਂ ਨੂੰ ਬਿਠਾਓ, ਉਹਨਾਂ ਚੋਂ ਕੀ ਓਬਜੈਕਸ਼ਨ, ਜੇ ਕੋਈ ਕਿਸਾਨ ਨੂੰ ਕੋਈ ਓਬਜੈਕਸ਼ਨ ਹੈ ਕੋਈ ਚੀਜ਼ ਦੀ ਉਹਨਾਂ ਸੁਣ ਲਓ, ਆੜਤੀ ਨੂੰ ਪਰ ਸੁਣਦੇ ਨਹੀਂ। ਪ੍ਰੋਬਲਮ ਹੈ ਕਿ ਜੋ ਵੀ ਫੈਸਲੇ ਹੋ ਰਹੇ ਆ ਗਵਰਨਮੈਂਟ ਆਫ ਇੰਡੀਆ ਦੇ, ਉਹ ਫੈਸਲੇ ਪਬਲਿਕ ਪਾਰਟਿਸਿਪੇਸ਼ਨ ਨਾਲ ਨਹੀਂ ਹੋ ਰਹੇ, ਆਮ ਜਿਹੜੇ ਬੰਦੇ ਇਨਵੋਲਵਡ ਆ ਉਹਨਾਂ ਨਾਲ ਹੀ ਹੋ ਰਹੇ ਆ। ਬਿਊਰੋਕ੍ਰੇਸੀ ਬਹਿ ਕੇ ਕਿਤਾਬਾਂ 'ਚ ਦੇਖ ਕੇ ਫਿਰ ਫੈਸਲਾ ਕਰ ਲੈਂਦੇ ਆ। ਅਸਰ ਕੋਈ ਮਾੜਾ ਹੋਏ ਚੰਗਾ ਹੋਏ ਉਹ ਬਾਅਦ 'ਚ ਹੁੰਦਾ, ਜਿਹੜਾ ਐਕਸਪੀਰੀਅੰਸ ਤੋਂ ਨਹੀਂ ਉਹ ਆਪਣੇ ਫੈਸਲੇ ਲੈ ਰਹੇ। ਬਾਲ ਸਾਹਿਬ, ਦੋ ਚੀਜ਼ਾਂ ਨੇ। ਇੱਕ ਤੇ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਦੇ ਵਿੱਚ ਮਹਿੰਗੀ ਬਿਜਲੀ ਨੂੰ ਲੈ ਕੇ ਪ੍ਰੋਟੈਸਟ ਕਰ ਰਿਹਾ। ਦੂਸਰੀ ਚੀਜ਼, ਬਿਜਲੀ ਸੋਧ ਬਿੱਲ 2020 ਦੇ ਲਈ ਸਟੇਟਸ ਦੇ ਕੋਲੋਂ ਸੁਝਾਅ ਮੰਗੇ ਗਏ ਨੇ। ਇਹ ਸਵਾਲ ਮੈਂ ਕਾਂਗਰਸ ਨੂੰ ਵੀ ਕੀਤਾ ਹੈ। ਉਹ ਕਹਿ ਰਹੇ ਕਿ ਸੁਝਾਅ ਜਿਹੜਾ ਕੰਟਰੈਕਟ ਇਨਫੋਰਸਮੈਂਟ ਏਜੰਸੀ ਜਿਹੜੀ ਹੈ ਉਹ ਕੇਂਦਰ ਸਰਕਾਰ ਬਣਾਉਣ ਜਾ ਰਹੀ ਹੈ। ਉਹਦੇ ਜ਼ਰੀਏ ਸੈਂਟਰ ਦੇ ਕੋਲੋਂ ਸਾਰੀਆਂ ਪਾਵਰਸ ਹੋ ਜਾਣਗੀਆਂ। ਜਿਹੜਾ ਕੰਟਰੈਕਟ ਹੋਏਗਾ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਇੱਕ ਏਜੰਸੀ ਖੜੀ ਹੋ ਜਾਏਗੀ। ਪਰ ਕਾਂਗਰਸ ਦਾ ਇਹਦੇ 'ਚ ਇਹ ਪੱਖ ਹੈਗਾ ਕਿਉਂਕਿ ਕੰਟਰੈਕਟ ਕਹਿੰਦੇ ਅਕਾਲੀ ਦਲ ਨੇ ਇਸ ਤਰ੍ਹਾਂ ਦੇ ਨਾਲ ਕੀਤੇ ਆ, ਇਸ ਦੇ ਲਈ ਅਸੀਂ ਫਸ ਗਏ। ਅਕਾਲੀ ਦਲ ਨੇ ਕੋਈ ਨਵੇਂ ਕੰਟਰੈਕਟ ਨਹੀਂ ਕੀਤੇ। ਸ਼੍ਰੋਮਣੀ ਅਕਾਲੀ ਦਲ ਨੇ ਪਾਵਰ ਸਰਪਲਸ ਕੀਤਾ ਪੰਜਾਬ ਨੂੰ। ਜਿਹੜਾ ਬਿਜਲੀ ਤੇ ਰੇਟ ਜਿਹੜੇ ਅਸੀਂ ਪਾਵਰ ਪਲਾਂਟ ਲਾਏ ਆ, ਸਭ ਤੋਂ ਸਸਤੇ ਹਿੰਦੁਸਤਾਨ 'ਚ ਉਹ ਪਾਵਰ ਪਲਾਂਟ ਬਣੇ ਆ ਤੇ ਸਭ ਤੋਂ ਸਸਤੇ ਰੇਟ ਦਾ ਕੰਟਰੈਕਟ ਹੋਇਆ ਪੂਰੇ ਹਿੰਦੁਸਤਾਨ 'ਚ। ਆਪਣੇ ਪਹਿਲੇ ਕੈਪਟਨ ਅਮਰਿੰਦਰ ਸਿੰਘ 2002 ਤੋਂ 2007 ਮੁੱਖ ਮੰਤਰੀ ਸੀ, ਉਹਦੇ ਕੰਟਰੈਕਟ ਤੁਹਾਨੂੰ ਦਿਖਾ ਦੇਣਾ ਜਿਹੜੇ ਉਹਨੇ ਕੀਤੇ ਆ। ਆਪਣੇ ਕੰਟਰੈਕਟ ਤੋਂ 2-2 ਰੁਪਏ ਜ਼ਿਆਦਾ, 3-3 ਰੁਪਏ ਜ਼ਿਆਦਾ ਦੇ ਕੰਟਰੈਕਟ ਹੋਏ। ਇੱਕ ਜਗ੍ਹਾ ਤੇ ਮੈਂ ਦੇਖਿਆ 7 ਰੁਪਏ ਜ਼ਿਆਦਾ ਦੇ ਕੰਟਰੈਕਟ ਕੀਤੇ ਆ। ਆਹ ਜਿਹੜੇ ਕੰਟਰੈਕਟ ਕੀਤੇ ਆ 2 ਰੁਪਏ
70 ਪੈਸੇ ਤੇ ਕੰਟਰੈਕਟ ਆਪਾਂ ਬਿਜਲੀ ਲੈ ਰਹੇ ਹਾਂ 25 ਸਾਲ ਦੇ। ਇੱਕ ਮੈਂ ਤੁਹਾਨੂੰ ਹੋਰ ਦੱਸਾਂ, ਆ ਜਿਹੜੇ ਪਾਵਰ ਪਲਾਂਟ ਆਪਣੇ ਪੰਜਾਬ 'ਚ ਹੈ ਪੰਜਾਬ ਗਵਰਨਮੈਂਟ ਦਾ ਹੀ ਪਾਵਰ ਪਲਾਂਟ। ਕੱਲੇ ਇਨਵੈਸਟਰ ਨੇ ਪੈਸਾ ਲਾਇਆ, ਪਰ ਉਹ ਜਿਹੜੇ ਇਨਵੈਸਟਰ ਹੈ ਜੋ ਪਾਵਰ ਪਲਾਂਟ ਆ ਇੱਕ ਯੂਨਿਟ ਬਿਜਲੀ ਦਾ ਬਾਹਰ ਨਹੀਂ ਵੇਚ ਸਕਦੇ। ਉਹ 100% ਆਪਣੇ ਕੋਲ ਹੀ ਆਉਂਦੀ ਹੈ ਬਿਜਲੀ, ਤੇ ਆਊਗੀ 25 ਸਾਲ। ਹੁਣ ਜਿਹੜਾ ਰੇਟ ਹੈ 2 ਰੁਪਏ 70 ਪੈਸੇ ਤੇ ਉਹ ਤੁਹਾਨੂੰ ਦੇ ਰਹੇ ਹੈ, ਤੇ ਤੁਸੀਂ ਬਿਜਲੀ 8-10 ਰੁਪਏ ਵੇਚ ਰਹੇ ਹੋ, ਤੇ ਫਿਰ ਤੁਸੀਂ 4 ਰੁਪਏ ਕਿਉਂ ਨਹੀਂ ਵੇਚਦੇ? ਤੁਸੀਂ ਮੁਨਾਫਾ ਕਿਉਂ ਕਰ ਰਹੇ ਹੋ? ਐਕਟੀ ਮੈਂ ਬਿਜਲੀ ਬੋਰਡ ਦੇ ਚੇਅਰਮੈਨ ਨਾਲ ਗੱਲ ਕੀਤੀ, ਕਹਿੰਦੇ ਐਕਟੀ ਸਾਡਾ 1100 ਕਰੋੜ ਦਾ ਪ੍ਰੋਫਿਟ ਹੋਊਗਾ। ਕੀ ਤੁਸੀਂ ਪ੍ਰੋਫਿਟ ਕਮਾਉਣ ਤੇ ਲੱਗੇ ਹੋ? ਆ ਜਿਹੜੇ ਰੇਟ ਬਿਜਲੀ ਦੇ ਵਧਿਆ ਪ੍ਰੋਫਿਟ ਕਮਾਉਣ ਤੇ ਲੱਗੇ ਹੈ। ਜਿਹੜੀ ਸਟੇਟਾਂ ਹੈ, ਸਟੇਟ ਦਾ ਮਤਲਬ ਕੋਈ ਪ੍ਰੋਫਿਟ ਕਮਾਉਣਾ ਨਹੀਂ ਹੈ। ਸਟੇਟ ਦਾ ਮਤਲਬ ਹੁੰਦਾ ਵੈਲਫੇਅਰ ਸਟੇਟ, ਕਿ ਆਪਾਂ ਲੋਕਾਂ ਵਾਸਤੇ ਪਾਵਰ ਬਿਜਲੀ ਲੋਕਾਂ ਵਾਸਤੇ ਹੈ। ਜੋ ਰੇਟ ਸਹੀ ਜਾਇਜ਼ ਹੋਣ ਉਹ ਦੇਣੇ ਹੈ। ਕੈਪਟਨ ਨੇ ਤਾਂ ਜੋ ਕਿਹਾ ਸੀ, ਇੰਡਸਟਰੀ ਨੂੰ 5 ਰੁਪਏ ਕਿਹਾ ਸੀ, ਅੱਜ ਇੰਡਸਟਰੀ ਦੇ ਕਿਸੇ ਵੀ ਇੰਡਸਟਰੀ ਦਾ ਬਿੱਲ ਦੇਖ ਲਓ 10 ਰੁਪਏ ਤੋਂ ਘੱਟ ਨਹੀਂ ਹੈ। ਜਿਹੜੇ ਘਰਾਂ ਦੇ, ਮੈਂ ਸਾਰੇ ਪੰਜਾਬ ਜਾ ਕੇ ਆਇਆ, 20,000 30,000 40,000 ਬਿੱਲ ਭੇਜੀ ਜਾਂਦੇ ਆ। ਆਹੀ ਗੱਲ ਹੈ, ਜਿੰਨਾ ਪੈਸਾ ਇਕੱਠਾ ਹੋ ਜੇ ਕਰ ਲਓ। ਫਿਰ ਪੰਜਾਬ ਦਾ ਕੀ ਟੇਕ ਹੋਣਾ ਚਾਹੀਦਾ ਇਸ ਤੇ? ਤੁਹਾਨੂੰ ਮਨ ਹੋਣਾ ਚਾਹੀਦਾ ਤੁਸੀਂ ਚਾਹੁੰਦੇ ਕੀ ਹੋ। ਜਿਵੇਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸੀ, ਮੇਰੇ ਕੋਲ ਬਿਜਲੀ ਮਹਿਕਮਾ ਸੀ, ਸਾਡਾ ਇੰਟੈਂਸ਼ਨ ਸੀ ਪਹਿਲੇ ਕਿ ਪੰਜਾਬ ਦਾ ਇਨਫਰਾਸਟ੍ਰਕਚਰ ਬਿਜਲੀ ਦਾ ਵਧੀਆ ਬਣਾਈਏ। ਉਦੋਂ ਅਸੀਂ 5-6 ਹਜ਼ਾਰ ਕਰੋੜ ਲਾ ਕੇ ਆ ਸਾਰੇ ਗ੍ਰੇਡ ਗੁੱਡ ਸਿਸਟਮ ਬਣਾਤਾ, ਫਿਰ ਅਸੀਂ ਜਨਰੇਸ਼ਨ ਪੂਰੀ ਕਰੀਏ ਕਰ ਦਿੱਤੀ। ਹੁਣ ਆਪਣਾ ਹੈ ਕਿ ਰੇਟ ਘਟਾਉਣੇ ਬਹੁਤ ਸੌਖੇ ਹੈ, ਪਰ ਜੇ ਥੋੜਾ ਇੰਟੈਂਸ਼ਨ ਠੀਕ ਰਹੇ। ਮੈਂ ਤਾਂ ਐਲਾਨ ਕੀਤਾ ਤੁਹਾਡੇ ਘਰਾਂ ਦੇ ਸਾਰਿਆਂ ਦੇ ਬਿੱਲ ਰੇਟ ਜਿਹੜੇ ਅੱਧੇ ਕਰਤੇ ਜਾਣਗੇ ਜਦੋਂ ਸਾਡੀ ਸਰਕਾਰ ਆਈ। ਕੋਈ ਔਖਾ ਨਹੀਂ ਹੈ, ਪਰ ਤੁਹਾਨੂੰ ਬਿੱਲ ਚਾਹੀਦਾ ਥੋੜਾ, ਤੁਹਾਨੂੰ ਇੰਟੈਂਸ਼ਨ ਚਾਹੀਦੀ ਹੈ ਕਿ ਤੁਸੀਂ ਬਿਜਲੀ ਤੋਂ ਪੈਸਾ ਕਮਾਉਣਾ ਹੈ ਜਾਂ ਬਿਜਲੀ ਤੋਂ ਤੁਸੀਂ ਐਜ਼ ਅ ਵੈਲਫੇਅਰ ਦੇਣਾ ਹੈ। ਜੇ ਤੁਹਾਡਾ ਇੰਟੈਂਸ਼ਨ ਪੈਸੇ ਕਮਾਉਣਾ ਹੈ, ਆਬਵੀਅਸਲੀ ਤੁਸੀਂ ਜਿਵੇਂ ਕਾਂਗਰਸ ਦਾ ਹੈ ਉਹ ਰੇਟ ਵਧਾਈ ਰੱਖੇ। ਦਿੱਲੀ ਦੇ ਵਿੱਚ ਜੋ DSGMC ਦਾ ਸਾਰਾ ਘਟਨਾਕ੍ਰਮ ਹੋਇਆ ਇਹਨਾਂ ਦਿਨਾਂ ਦੇ ਦੌਰਾਨ, ਅਕਾਲੀ ਦਲ, ਤੁਸੀਂ ਪ੍ਰਧਾਨ ਦੇ ਤੌਰ ਤੇ ਕਿਵੇਂ ਦੇਖ ਰਹੇ ਹੋ ਉਸ ਘਟਨਾ ਨੂੰ ਕਿ ਅਕਾਲੀ ਦਲ ਆਮ ਚੋਣਾਂ ਵੀ ਲੜ ਰਿਹਾ ਔਰ ਅਕਾਲੀ ਦਲ ਪੰਥਕ ਚੋਣਾਂ ਵੀ ਲੜ ਰਿਹਾ? ਅਕਾਲੀ ਦਲ ਦੇ ਸੰਵਿਧਾਨ ਦਾ ਮਸਲਾ ਬਹੁਤ ਉਛਲਿਆ ਸਿਆਸੀ ਸਫਾਂ ਦੇ ਵਿੱਚ। ਅੱਜ ਤਾਂ ਨਹੀਂ ਲੜ ਰਿਹਾ, 100 ਸਾਲ ਤੋਂ ਲੜ ਰਿਹਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਹਾਨੂੰ ਪਤਾ ਹੋਣਾ, ਪਹਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੁੰਦੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਮੋਰਚਾ ਲਾਇਆ ਤਕਰੀਬਨ 50 ਸਾਲ ਪਹਿਲੇ। ਅੱਜ ਪਹਿਲਾਂ 50 ਵੀ ਵਰ੍ਹੇਗੰਢ ਹੈ ਅੱਜ ਇਹ ਸਾਲ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ 50 ਵਰ੍ਹੇਗੰਢ, 50 ਜਿਹੜੇ ਦਿੱਲੀ ਗੁਰਦੁਆਰੇ ਕਮੇਟੀ ਨੂੰ ਬਣਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ, 16-17 ਹਜ਼ਾਰ ਸ਼੍ਰੋਮਣੀ ਅਕਾਲੀ ਦਲ ਵਰਕਰ ਦਿੱਲੀ ਗਏ, ਜੇਲ੍ਹਾਂ 'ਚ ਮੋਰਚਾ ਲਾਇਆ, ਜੇਲ੍ਹਾਂ 'ਚ ਰੱਖੇ ਗਏ, ਤੇ ਫਿਰ ਉਦੋਂ ਦੀ ਸਰਕਾਰ ਨੇ ਆਪਣੋਂ ਬਣਾ ਕੇ ਦਿੱਤੀ ਹੈ। ਉਵੇਂ ਹੀ SGPC ਪਹਿਲੇ ਇੱਥੇ ਉਹ ਲੋਕਾਂ ਦਾ ਕਬਜ਼ਾ ਸੀ ਜਿਹੜੇ ਇੱਥੇ ਮਰਿਆਦਾ ਭੰਗ ਰੱਖੀ ਸੀ, ਤੇ ਫਿਰ 100 ਸਾਲ ਪਹਿਲੇ SGPC ਦੇ ਹੋਂਦ ਹੋਇਆ। ਜਦੋਂ SGPC ਦਾ ਹੋਂਦ ਹੋਇਆ ਉਦੋਂ ਲੀਡਰਸ਼ਿਪ ਨੇ ਆਪਣੀ, ਉਦੋਂ ਸਿੱਖ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਸਾਡੀ ਇੱਕ ਪੋਲੀਟੀਕਲ ਪਾਰਟੀ ਵੀ ਚਾਹੀਦੀ ਹੈ ਜਿਹੜੀ ਲੜਾਈ ਲੜ ਸਕੇ, ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ। ਸੋ ਜਿਹੜਾ ਲਗਾਤਾਰ ਹੁਣ ਜਿਹੜੀ ਵੱਡੀ ਗੱਲ ਹੈ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਹੈ, ਉਹਨਾਂ ਦੀ ਸਾਜ਼ਿਸ਼ ਹੈ ਕਿ ਅਸੀਂ ਅਕਾਲੀ ਦਲ ਨੂੰ ਕੱਢੋ। ਉਹਨਾਂ ਨੇ ਸਾਡਾ ਡੀ ਰਿਕਗਨਾਈਜ਼ ਕੀਤਾ ਕਿ ਹਾਈ ਕੋਰਟ ਨੇ ਕਿਉਂ ਸਟੇ ਦਿੱਤਾ, ਕਿਉਂਕਿ ਗਲਤ ਫੈਸਲਾ ਸੀ। ਜੇ ਪਿਛਲੇ 30-50 ਸਾਲ ਤੁਸੀਂ ਇਲੈਕਸ਼ਨ ਲੜ ਰਹੇ ਹੋ, ਤੇ ਉਹਨਾਂ ਨੇ ਸੋਚਿਆ ਕਿ ਅਕਾਲੀ ਦਲ ਨੂੰ ਹਰਾਇਆ ਕਿਵੇਂ ਜਾਏ। ਹਰਾਇਆ ਉਹ ਵੀ ਜਾ ਸਕਦਾ ਹੈ ਕਿ ਜੇ ਇਹਨਾਂ ਨੂੰ ਕੈਂਡੀਡੇਟ ਡੀ ਰਿਕਗਨਾਈਜ਼ ਕਰ ਦਿਓ, ਕਿਸੇ ਕੋਲ ਸਿੰਬਲ, ਕਿਸੇ ਕੋਲ ਹਰ 46 ਸਿੰਬਲ ਅਲੱਗ ਹੋਣ, ਤੇ ਲੋਕੀ ਕਨਫਿਊਜ਼ ਹੋ ਜਾਣਗੇ। ਜੇ ਆਮ ਆਦਮੀ ਪਾਰਟੀ ਨੇ ਇੰਟਰਫੇਅਰ ਕਰਨਾ ਹੈ, ਇਹ ਆਮ ਆਦਮੀ ਪਾਰਟੀ ਨੇ ਇਕੱਲੇ ਨੇ ਕੀਤਾ, ਸਾਰਾ ਆਮ ਆਦਮੀ ਪਾਰਟੀ ਨੇ ਕੀਤਾ ਹੈ। ਤੇ ਹੁਣ ਜਿਹੜੀ ਦੋ ਪਾਰਟੀਆਂ ਆ ਜਿਹੜੇ ਆਪਣੇ ਦਿੱਲੀ 'ਚ ਇਲੈਕਸ਼ਨ, ਜਿਹੜੀ ਇੱਕ ਤਾਂ ਜਾਗੋ ਮਨਜੀਤ ਜੀ ਹੈ, ਮਨਜੀਤ ਜੀ ਨੂੰ BJP ਓਪਨ ਸਪੋਰਟ, BJP ਦੀ ਬੇਸਿਕਲੀ ਉਹ BJP ਦਾ ਫਰੰਟ ਹੈ ਮਨਜੀਤ ਜੀ। ਤੇ ਜਿਹੜਾ ਹੈਗਾ ਸਰਨਾ, ਉਹ ਕਾਂਗਰਸ ਤੇ ਆਮ ਆਦਮੀ ਪਾਰਟੀ, ਉਹ ਉਹਨਾਂ ਦੀ ਪੂਰੀ ਸਪੋਰਟ ਹੈ। ਦੋਨਾਂ ਨੇ ਰਲ ਕੇ ਸਾਡੇ ਕਾਗਜ਼, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤਾਂ ਇੱਥੋਂ ਇਲੈਕਸ਼ਨ ਤੋਂ ਅਸੀਂ ਕੱਢ ਸਕਦੇ ਹਾਂ, ਕਿਉਂਕਿ ਜਨਤਾ ਨੇ ਤਾਂ ਫਿਰ ਤੋਂ ਉਹਨਾਂ ਨੂੰ ਜਿਤਾ ਦੇਣਾ ਕਿ ਇਹਨਾਂ ਨੂੰ ਇਲੈਕਸ਼ਨ ਨਾਲ ਲੜ ਦਿਓ। ਸੋ ਆ ਸਾਜ਼ਿਸ਼ ਉਹਨਾਂ ਦੀ ਰਹੀ, ਪਰ ਉਹ ਪਰਮਾਤਮਾ, ਜਿੱਥੇ ਪਰਮਾਤਮਾ ਹੈ ਨਾ, ਤੁਸੀਂ ਜਿੰਨਾ ਮਰਜ਼ੀ ਗਲਤ ਫੈਸਲਾ ਕਰਨ ਦੀ ਕੋਸ਼ਿਸ਼ ਕਰੋ, ਪਰਮਾਤਮਾ ਦੇ ਜਿਹਦੇ ਸਿਰ ਤੇ ਹੱਥ ਹੋਏ ਉਹਨੂੰ ਕੋਈ। ਪਰ ਸੁਖਬੀਰ ਜੀ, ਆਮ ਆਦਮੀ ਪਾਰਟੀ ਦੇ ਨਾਲ ਤੁਹਾਡੀ ਇੱਥੇ ਵੀ ਲੜਾਈ ਹੈ, ਪੰਜਾਬ 'ਚ ਵੀ ਔਰ ਦਿੱਲੀ ਦੇ ਵਿੱਚ ਵੀ। ਤੁਹਾਨੂੰ ਲੱਗਦਾ ਕਿ ਜੋ ਕੁਝ DSGMC ਦੇ ਕੇਸ ਦੇ ਵਿੱਚ ਹੋਇਆ,
ਉਹ ਚੀਜ਼ਾਂ ਉਹਦਾ ਰਿਫਲੈਕਸ਼ਨ ਐਸਜੀਪੀਸੀ ਦੇ ਵਿੱਚ ਵੀ ਨਜ਼ਰ ਆਏਗਾ, ਕਿਉਂਕਿ ਐਸਜੀਪੀਸੀ ਦੀਆਂ ਚੋਣਾਂ ਸੈਂਟਰ ਦੇ ਕੰਟਰੋਲ ਦੇ ਵਿੱਚ ਹੈਗੀਆਂ ਨੇ, ਤੇ ਇਸ ਤਰ੍ਹਾਂ ਦੀ ਸਮੱਸਿਆ ਤੁਹਾਨੂੰ ਪੰਜਾਬ ਦੇ ਵਿੱਚ ਵੀ ਫੇਸ ਕਰਨ ਨੂੰ ਮਿਲ ਸਕਦੀ ਸੀ। ਅਸੀਂ ਰੈਡੀ ਹਾਂ ਹਰ ਸਮੱਸਿਆ ਪਿਛਲੇ 100 ਸਾਲਾਂ ਹਰ ਵਾਰ ਕਾਂਗਰਸ ਨੇ ਤੇ ਦੂਜੀਆਂ ਵਿਰੋਧੀ ਪਾਰਟੀ ਨੇ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਤੋਂ ਲਿੱਤੀ ਜਾਏ, ਪਰ ਸਿੱਖ ਸੰਗਤ ਨੇ ਹਰ ਵਾਰ ਉਹਨਾਂ ਤਾਕਤਾਂ ਨੂੰ ਨਕਾਰ ਕੇ ਰੱਖ ਦਿੱਤਾ। ਆਹ ਕੱਲੀ ਕਮਿਊਨਿਟੀ ਹੈ ਜਿਹੜੀ ਹੁਣੇ ਦੁਨੀਆ 'ਚ ਜਿੱਥੇ ਡੈਮੋਕ੍ਰੈਟਿਕਲੀ ਇਲੈਕਟਡ ਇਲੈਕਸ਼ਨ ਹੈ, ਤਾਂ ਤੁਸੀਂ ਜੇ ਲੜਨਾ ਇਲੈਕਸ਼ਨ ਮੈਦਾਨੇ ਜੰਗ ਚੱਕ ਕੇ ਜਾਓ, ਜਨਤਾ ਜਾਓ। ਇਹ ਜਿਹਾ ਲੱਗਦਾ ਇਸ ਤਰ੍ਹਾਂ ਦਾ ਹੋ ਸਕਦਾ ਜੇ ਕਰਨ ਦੀ ਕੋਸ਼ਿਸ਼ ਕਰਨਾ, ਪ੍ਰਮਾਤਮਾ ਦੀ ਮਿਹਰ ਹੈ, ਆਦਾ ਬਖਸ਼ਿਸ਼ ਪ੍ਰਮਾਤਮਾ ਦੀ ਸ਼੍ਰੋਮਣੀ ਅਕਾਲੀ ਦਲ ਤੇ ਹੈ। ਤੁਸੀਂ ਇੱਕ ਗੱਲ ਦੱਸੋ, ਮੀਰੀ ਪੀਰੀ ਦਾ ਸਿਧਾਂਤ ਦਾ ਮਤਲਬ ਕੀ ਹੈ? ਸਾਡੇ ਧਰਮ ਵਿੱਚ ਮੀਰੀ ਪੀਰੀ ਸਿਧਾਂਤ ਹੈ ਕਿ ਪੋਲਿਟਿਕਸ ਤੇ ਰਿਲੀਜਨ ਤੇ ਇਕੱਠੇ ਚੱਲਦੇ ਆ। ਆ ਆਪਣੇ ਗੁਰੂ ਸਾਹਿਬਾਨ ਦੇ ਸਮੇਂ ਦਾ ਸਿਧਾਂਤ ਹੈ। ਦੂਸਰੀ ਚੀਜ਼, ਦਿੱਲੀ 'ਚ ਅੱਜ ਕੱਲ ਜਦੋਂ ਪਿਛਲਾ ਐਸਜੀਪੀਸੀ ਦਾ ਇਲੈਕਸ਼ਨ ਹੋਇਆ ਸੀਗਾ, ਮੈਂ ਉਹ ਇਲੈਕਸ਼ਨ ਕਵਰ ਕੀਤਾ ਸੀ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਅਕਾਲੀ ਦਲ ਦੇ ਲੀਡਰ ਨਜ਼ਰ ਕਿਉਂ ਨਹੀਂ ਆ ਰਹੇ ਕੈਂਪੇਨਿੰਗ ਕਰਦੇ ਹੋਏ? ਪੰਜਾਬ ਦੇ ਵਿੱਚ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੇ, ਇਹ ਵੀ ਇੱਕ ਵੱਖਰੀ ਕਿਸਮ ਦੀ ਚਰਚਾ ਹੈ ਕਿ ਕਿਉਂ ਨਹੀਂ ਹੋ ਰਹੀ। ਕਿਉਂ ਨਹੀਂ? ਅਸੀਂ ਪਿਛਲੀ ਵਾਰ ਵੀ ਮੈਂ ਤੇ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਥੇ ਸੀ। ਹੁਣ ਵੀ ਸਾਡੀ ਕੱਲ ਮੀਟਿੰਗ ਹੈ ਤੇ 10 ਤਰੀਕ ਤੋਂ ਬਾਅਦ ਹਾਲੇ ਤਾਂ ਨੋਮੀਨੇਸ਼ਨ ਹੀ ਸ਼ੁਰੂ ਹੋਏ। ਨੋਮੀਨੇਸ਼ਨ ਜਦੋਂ ਖਤਮ ਹੋਣਗੇ ਉਹਦੇ ਬਾਅਦ ਸਾਡੀ ਲੀਡਰਸ਼ਿਪ ਜਾਊਗੀ। ਅਸੀਂ 15 ਦਿਨ ਉੱਥੇ ਹੀ ਆ ਸਾਰੇ। ਸੁਖਬੀਰ ਜੀ, ਤੁਸੀਂ ਪਾਰਟੀ ਦੇ ਐਕਸਪੈਂਸ਼ਨ ਦੀ ਗੱਲ ਕੀਤੀ ਸੀਗੀ ਪਹਿਲੇ ਵੀ ਅਸੀਂ ਹੋਰ ਸਟੇਟਸ ਦੇ ਵਿੱਚ ਵੀ ਜਾਵਾਂਗੇ, ਇਲੈਕਸ਼ਨ ਲੜਾਂਗੇ। ਉਹ ਗੱਲ ਤੇ ਦੁਬਾਰਾ ਕੋਈ ਕੰਮ ਹੁੰਦਾ ਨਜ਼ਰ ਨਹੀਂ ਆਇਆ, ਕੀ ਕਰਨ? ਅਸੀਂ ਦਿੱਲੀ, ਹਰਿਆਣਾ ਤੇ ਯੂਪੀ ਇੱਥੇ ਸਾਡੀ ਹੈਗੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਸਾਡੀ ਦਿੱਲੀ 'ਚ ਤਾਂ ਸਾਡੀ ਬਹੁਤ ਵੱਡੇ ਸਟਰੋਂਗ ਤਰੀਕੇ ਨਾਲ ਸਾਡਾ ਯੂਨਿਟ ਬਣ ਗਿਆ। ਹਰਿਆਣੇ 'ਚ ਕਈ ਡਿਸਟ੍ਰਿਕਟ ਸਾਡਾ ਕਾਫੀ ਸਟਰੋਂਗ ਬਣ ਗਿਆ। ਐਂਡ ਕਿਉਂਕਿ ਸਾਡੀ ਨਵੀਂ ਐਂਟਰੀ ਹੈ ਤੇ ਆਈ ਥਿੰਕ ਅਗਲੇ 5-7 ਸਾਲਾਂ 'ਚ ਵੀ ਵਿਲ ਬੀ ਅ ਸਟਰੋਂਗ ਫੋਰਸ ਦੇਅਰ। 5-7 ਸਾਲਾਂ ਦੇ ਵਿੱਚ ਇੱਕ ਪਿਛਲੇ ਦਿਨਾਂ ਦੇ ਦੌਰਾਨ ਸਰਵੇ ਆਇਆ, ਹਾਲਾਂਕਿ ਕਾਫੀ ਦਿਨ ਹੋ ਗਏ ਇਸ ਚੀਜ਼ ਨੂੰ, ਸੀ ਵੋਟਰ ਸਰਵੇ ਆਇਆ। ਹੁਣ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੈਗੇ ਹੋ? ਕਿਉਂਕਿ ਸਰਵੇ ਦੇ ਵਿੱਚ ਅਕਾਲੀ ਦਲ ਨੂੰ ਇੱਕ ਮਾੜੀ ਪੋਜੀਸ਼ਨ ਤੇ ਰੱਖਿਆ ਗਿਆ। ਉਹ ਕਹਿ ਰਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਪੰਜਾਬ ਦੇ ਵਿੱਚ। ਤੁਸੀਂ ਸਰਵੇ ਪੜ੍ਹੇ? ਸੀ ਵੋਟਰ ਦਾ ਤੁਸੀਂ ਯਾਦ ਕਰੋ, 2017 ਦੇ ਇਲੈਕਸ਼ਨ ਤੋਂ ਪਹਿਲੀ ਵਾਰ ਕੇਜਰੀਵਾਲ ਪੰਜਾਬ 'ਚ ਆਇਆ। ਆਈ ਕੰਪਨੀ ਨੇ ਤੋਂ ਉਹਨਾਂ ਨੇ ਸਰਵੇ ਕਰਾ ਕੇ ਅਖਬਾਰਾਂ 'ਚ ਕਢਾਇਆ 100 ਸੀਟਾਂ ਆਮ ਆਦਮੀ ਪਾਰਟੀ, 4 ਕਾਂਗਰਸ ਔਰ 4 ਅਕਾਲੀ ਦਲ ਤੇ 15। ਅਕਾਲੀ ਦਲ ਨੂੰ ਕਿਉਂ ਥੱਲੇ ਰੱਖ ਰਿਹਾ? ਕਿਉਂਕਿ ਡਰ ਇਹਨਾਂ ਨੂੰ ਅਕਾਲੀ ਦਲ ਤੋਂ ਵੀ ਹੈ ਕਿ ਲੋਕਾਂ ਨੂੰ ਦਿਖਾਈਏ ਅਕਾਲੀ ਦਲ ਖਤਮ ਹੈ। ਉਹਨਾਂ ਨੇ ਕੀ ਕੀਤਾ? ਸਰਵੇ ਜੇ ਬੰਦਾ ਨੇ ਗਲਤੀ ਕਰਨੀ ਹੈ ਤਾਂ ਘੱਟ ਤੋਂ ਘੱਟ ਜੇ ਤੁਸੀਂ ਇਹ ਜਿਹਾ ਠੱਗੀ ਮਾਰਨੀ ਹੈ ਤਾਂ ਘੱਟ ਤੋਂ ਘੱਟ ਦੇਖ ਲਓ ਤੁਹਾਡੀ ਠੱਗੀ ਪੜੀ ਨਾ ਜਾਏ। 37% ਪਿਛਲੇ ਇਲੈਕਸ਼ਨ 'ਚ ਕਾਂਗਰਸ ਨੂੰ ਆਇਆ, 31 ਅਕਾਲੀ ਦਲ ਨੂੰ ਆਇਆ, 21 ਆਮ ਆਦਮੀ ਨੂੰ ਆਇਆ। ਇਹਨਾਂ ਨੇ ਕੀਤਾ ਉਹੀ ਚੀਜ਼ਾਂ ਲੈ ਲਏ, ਸਰਵੇ ਉਹੀ ਰੇਸ਼ੋ ਲੈ ਕੇ ਅਕਾਲੀ ਦਲ ਨੂੰ ਵੀ ਆਮ ਆਦਮੀ ਪਾਰਟੀ ਦੀ ਜਗ੍ਹਾ ਤੇ ਰੱਖਤਾ, ਆਮ ਆਦਮੀ ਜਗ੍ਹਾ ਤੇ ਜਿੱਥੇ ਆਈ ਸੀ ਅਕਾਲੀ ਦਲ ਕਰਤਾ, ਕਾਂਗਰਸ ਨੂੰ ਅਕਾਲੀ ਦਲ ਦੀ ਜਗ੍ਹਾ ਕਰਤਾ, ਅੰਕੜੇ ਉਹ ਚੇਂਜ ਕਰਤੇ। ਜੇ ਤੁਸੀਂ, ਮੈਂ ਤੁਹਾਨੂੰ ਸਿੱਧਾ ਸਵਾਲ ਪੁੱਛਦਾ ਹਾਂ, ਆਹ ਜਿਹੜਾ ਸਰਵੇ ਹੈ ਇਹਦੇ 'ਚ ਕਾਂਗਰਸ ਨੂੰ ਰੱਖਿਆ ਅੱਗੇ ਜਿਹੜਾ 52 ਸੀਟਾਂ ਤੱਕ, ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਗੈਪ ਹੈ 5% 6% ਦਾ ਹੈ। 6% ਗੈਪ ਤਾਂ ਨਹੀਂ, ਸੌਰੀ ਜਿਹੜਾ ਗੈਪ 6% ਗੈਪ ਵਾਲੀ ਪਾਰਟੀ ਨੂੰ ਮੈਜੋਰਟੀ ਨਹੀਂ ਦੇ ਰਹੇ। ਕਿਉਂਕਿ ਪਹਿਲਾ ਸਰਵੇ ਦਿਖਾਉਣਗੇ ਅਸਰ ਹੁੰਦਾ ਬਲ ਸਾਹਿਬ ਤੁਸੀਂ, ਕਿਉਂਕਿ ਪੋਲਿਟਿਕਸ ਦੀ ਪਰਸੈਪਸ਼ਨ ਬਹੁਤ ਇੰਪੋਰਟੈਂਟ ਹੈ। ਸਰਵੇ ਆਪ ਪੈਸੇ ਲੈ ਕੇ ਹੋ ਰਹੀ ਹੈ, ਆ ਸਾਰਾ ਮੈਨੀਪੂਲੇਟਡ ਸਰਵੇ ਪੈਸੇ ਦਾ, ਤਾਈਓ ਲੋਕਾਂ ਨੇ ਉਹ ਕੀਤਾ। ਤੁਸੀਂ ਕੱਲ ਦੱਸੋ, ਸਭ ਤੋਂ ਵੱਡਾ ਸਰਵੇ ਤਾਂ ਹੁਣੀ ਕਮੇਟੀ ਦੇ ਇਲੈਕਸ਼ਨ ਹੈ। ਆਮ ਆਦਮੀ ਪਾਰਟੀ ਨੂੰ 40 ਸੀਟਾਂ, ਉਹਨਾਂ ਨੇ 2000 ਸੀਟਾਂ ਤੇ ਇਲੈਕਸ਼ਨ ਲੜਿਆ ਤੇ 40 ਨਹੀਂ ਜਿੱਤੇ ਕਮੇਟੀ ਦਾ ਇਲੈਕਸ਼ਨ। ਤੇ ਫਿਰ ਕਿਵੇਂ ਨੰਬਰ 1 ਤੇ 285 ਤੱਕ ਆ ਗਏ। ਹਾਂ, ਮੈਂ ਇਹ ਕਹਿ ਰਿਹਾ ਕਿ ਅੱਜ ਸਾਰਾ ਡਰਾਮਾ, ਕੇਜਰੀਵਾਲ ਸਭ ਤੋਂ ਵੱਡਾ ਡਰਾਮੇਬਾਜ਼ ਹੈ। ਝੂਠ ਦਾ ਜਿਹਨੂੰ ਇੰਨਾ ਸੌਖਾ ਬੋਲਦਾ, ਝੂਠ ਸਿੱਧਾ ਜਿਹਾ ਫੇਸ ਬਣਾ ਕੇ ਝੂਠ ਤੇ ਝੂਠ, ਝੂਠ ਤੇ ਝੂਠ। ਹੁਣ ਤੁਸੀਂ ਇਲੈਕਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਆਖਰੀ ਸਵਾਲ ਹੈਗਾ, ਤੁਸੀਂ ਇਲੈਕਸ਼ਨ ਦੀ ਤਿਆਰੀ ਸ਼ੁਰੂ ਕਰਤੀ, ਕਿਸਾਨ ਅੰਦੋਲਨ ਦਾ ਅਸਰ ਇਲੈਕਸ਼ਨਸ ਤੇ ਪਏਗਾ? ਸੀ ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਤੁਸੀਂ ਦੇਖੋ ਜੋ ਅੱਜ ਮੰਡੀਕਰਨ ਹੈ, ਜੋ MSP ਹੈ, ਜੋ ਕਨਾਲ ਸਿਸਟਮ ਹੈ, ਜੋ ਅਕਾਲੀ ਦਲ ਹੀ ਆਵਾਜ਼ ਹੈ ਕਿਸਾਨਾਂ ਦੀ। ਸੋ ਇਸ ਕਰਕੇ ਕਿਸਾਨ ਜਿਹੜੀ ਹੈਗੀ, ਸੋ ਕਿਸਾਨਾਂ ਆਮ ਕਿਸਾਨ ਨੂੰ ਪਤਾ ਹੈ ਕਿ ਅਕਾਲੀ ਦਲ ਉਹਨਾਂ ਦੀ ਆਵਾਜ਼ ਹੈ। ਸੋ ਜਿਹੜਾ ਹੈਗਾ, ਜਦੋਂ ਮੈਂ ਤਾਂ ਚਾਹੁੰਦਾ
ਜਿੰਨੀ ਜਲਦੀ ਸੈਂਟਰ ਇਹਦਾ ਫੈਸਲਾ ਕਰ ਦੇਣਾ ਚਾਹੀਦਾ ਇਹਨਾਂ ਦੇ ਹੱਕ 'ਚ, ਕਿਸਾਨਾਂ ਦੇ ਹੱਕ 'ਚ। ਅਸੈਸ ਕੀ ਕਰ ਰਹੇ ਹੋ ਸੈਂਟਰ ਨੂੰ ਇਸ ਸਮੇਂ? ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹ ਜਿੱਦ ਫੜੀ ਬੈਠੇ, ਜਿਹੜੀ ਚੀਜ਼ ਕਿਸਾਨ ਨਹੀਂ ਚਾਹੁੰਦੇ ਉਹ ਥੋਪਣਾ ਚਾਹੁੰਦੇ ਹੈ। ਤੋ ਇਸ ਕਰਕੇ ਆ ਬਹੁਤ ਗਲਤ ਫੈਸਲਾ ਹੈ ਤੇ ਸਿਆਸੀ ਲੀਡਰ ਕੋਈ ਐਡਾ ਜਿੱਦੀ ਨਹੀਂ ਹੋਣਾ ਚਾਹੀਦਾ ਜਿਹੜੀ ਜਨਤਾ ਦੀ ਭਾਵਨਾ ਦੇ ਖਿਲਾਫ ਜਿੱਦ ਫੜ ਕੇ ਰੱਖੇ। ਆ ਇੱਕ ਬਹੁਤ ਵੱਡਾ ਨੁਕਸਾਨ ਦੇਸ਼ ਦੇ ਪ੍ਰਧਾਨ ਮੰਤਰੀ ਕਰ ਰਹੇ ਹੈ, ਜਿਹੜਾ ਉਹਨਾਂ ਨੇ ਜਿੱਦ ਫੜ ਕੇ ਕਿਸਾਨੀ ਦੇ ਖਿਲਾਫ ਜਿਹੜੀ ਇਹਨਾਂ ਜੰਗ ਸ਼ੁਰੂ ਕੀਤੀ ਹੈ। ਬਹੁਤ ਧੰਨਵਾਦ ਸੁਖਬੀਰ ਜੀ। ਆਖਰ ਦੇ ਵਿੱਚ ਅਗਰ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਜਿਹੜੇ ਲੋਕ ਤੁਹਾਨੂੰ ਇਸ ਸਮੇਂ ਲਾਈਵ ਦੇਖ ਰਹੇ। ਮੈਂ ਤਾਂ ਇਹੀ ਕਹਿਣਾ ਚਾਹਣਾ ਹੈ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਤੁਸੀਂ ਚੂਜ਼ ਕਰੋ ਪਾਰਟੀ ਜਿਹੜੀ ਤੁਸੀਂ ਸੋਚਦੇ ਹੋ ਜਿਹੜੀ ਪੰਜਾਬ ਦੀ ਤਰੱਕੀ ਕਰਾ ਸਕਦੀ ਹੈ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖ ਸਕਦੀ ਹੈ। ਅਮਨ ਸ਼ਾਂਤੀ ਪੰਜਾਬ ਵਿੱਚ, ਭਾਈਚਾਰਕ ਸਾਂਝ ਪੰਜਾਬ ਵਿੱਚ ਬਹੁਤ ਜ਼ਰੂਰੀ ਹੈ ਤੇ ਪੰਜਾਬ ਦੀ ਤਰੱਕੀ ਜਿਹੜੀ ਪਾਰਟੀ ਨੇ ਕਰਾਈ ਹੈ, ਪਾਸਟ ਐਕਸਪੀਰੀਅੰਸ ਦੇਖ ਲਓ, ਹਰ ਪਾਰਟੀ ਦਾ ਆਪਣਾ ਪਾਸਟ ਐਕਸਪੀਰੀਅੰਸ ਤੁਹਾਡੇ ਕੋਲੇ ਹੈਗਾ। ਜਿਹੜਾ ਤੁਸੀਂ ਦੇਖਦੇ ਹੋ ਕਿ ਉਹ ਬੈਸਟ ਹੈ, ਜਿਹੜੇ ਲੋਕਾਂ ਵਿੱਚ ਵਿਚਰਦੀ ਪਾਰਟੀ ਹੈ, ਜਿਹੜੀ ਭਾਈਚਾਰਕ ਸਾਂਝ ਰੱਖ ਸਕਦੀ ਹੈ, ਡਿਵੈਲਪਮੈਂਟ ਕਰਾ ਸਕਦੀ ਹੈ, ਉਸ ਨੂੰ ਮੌਕਾ ਦਿਓ, ਕਿਉਂਕਿ ਆਪਾਂ ਐਵੇਂ 5-5 ਸਾਲ ਖਰਾਬ ਕਰਕੇ ਆਪਣੇ ਪੰਜਾਬ ਨੂੰ ਪਿੱਛੇ ਨਾ ਛੱਡੀਏ। ਬਹੁਤ ਧੰਨਵਾਦ ਸੁਖਬੀਰ ਜੀ ਸਮਾਂ ਦੇਣ ਦੇ ਲਈ। ਸੋ ਇਹ ਸਨ ਸੁਖਬੀਰ ਸਿੰਘ ਬਾਦਲ। ਸੀਮਿਤ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨੇ ਉਹਨਾਂ ਨੂੰ ਵੱਧ ਤੋਂ ਵੱਧ ਸਵਾਲ ਕਰ ਸਕੀਏ, ਪਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਜਵਾਬ ਨੇ ਉਹਨਾਂ ਤੋਂ ਲੋਕ ਖੁਦ ਅਸੈਸਮੈਂਟ ਅੰਦਾਜ਼ਾ ਲਾ ਸਕਦੇ ਨੇ ਅਕਾਲੀ ਦਲ ਦੀ ਕੀ ਨੀਤੀ ਹੈਗੀ ਹੈ ਜਾਂ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਤਰ ਰਿਹਾ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।